सिर शाह पातशाह निहचल चौर छत बड़ी वड्डे वड्डा पार तेरा मतबा रंग रंग लिख जपन करतवा जी अंदर ये सब जान ला सब तेरा बस तेरा घर बुला तेरा घर रंग विलाई तुद घर मानो तकी अपना आप जर सर्व कला भरपूर दिसै जत कथा नानक दास दास तुलिया है बिनवता बिनवता पौड़ी वड्यों पार तेरा मृतवा रंग प्रंग नीक न जापन करतवा जी अंदर जियो सब कुछ जान ला सब किश तेरे वस तेरा घर भला तेरे घर आनंद वधाई तुद घर मान महता ते जे अपना आप जर सर्व कला भरपूर दिसै जत कथा नानक दास दास तुद आगे बिनवता बिनवता सलो पावन गुरु पानी पिता माता धरत महत दिस राध दाय दाया खिला सगल जगत चंगियाइयां बुराइयां वाचा धर्म हदूर करमी आपो अपनी के नेड़ा के दूर जिनी नाम ते आया गए मसकत काल नानक ते मुखी उजले खेती छुटी नाल वाहिगुरु जी का खालसा वाहिगुरु जी की फतेह। वाहिगुरु गुरु नानक पाद पंकज बंधन कज बंधन सिमरो अंगद दुख गुर अमरदास हृदय नित त्यावो हृदय नित त्यावो श्री गुरु रामदास गुण गावो गुर अर्जन बिघ्न की नाशक बिघ्न की नाशक हर गोविंद शुभ सुमत प्रकाशक श्री हर राय नमो कर जोरी नमो कर श्री हर कृष्ण नाम बहोरी तेग बहादुर परम कृपाला जी परम कृपाला श्री गुरु गोबिंद सिंह बेसाला
ਧਰੋਂ ਤਰਾ ਪਰ ਪੁੰਨ ਪੁੰਨ ਸੀਸ ਜੀ ਪੁੰਨ ਪੁੰਨ ਸੀਸਾ ਬੰਦਾ ਬਾਰੰਬਾਰ ਜਗਦੀ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੁਦਧ ਬੰਦਾ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਪ੍ਰਿਆਤ ਛੰਦ ਸਬੈ ਸਿੱਧ ਜੋ ਈਰਖਾ ਕੋ ਕਰੇ ਹੈ ਨਹੀਂ ਪਾਓ ਕੈਸੋ ਹृदय ਮੋਤਰੇ ਹੈ बुझै ना बुझाई बरी है अपारा तबै रूप तारे अनेकं प्रकारा। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਵਨ ਮੁਬਾਰਕ ਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਜੀ ਵਿਖੇ ਮਹੀਨਾਵਾਰੀ ਪੰਚਮੀ ਦੇ ਜੋੜ ਮੇਲ ਤੇ ਭਾਵਨਾ ਅਦਬ ਅਕੀਦਤ ਨਾਲ ਪਾਵਨ ਅਸਥਾਨਾਂ ਤੇ ਨਤਮਸਤਕ ਹੋ ਕਰਕੇ ਮੁਕੱਦਸ ਅਸਥਾਨਾਂ ਦੀ ਚਰਨ ਧੂੜੀ ਨੂੰ ਮਸਤਕ ਤੇ ਛੁਹਾ ਕਰਕੇ ਜਨਮ ਸਫਲਾ ਰਹੇ ਸਤ ਸੰਗੀ ਜਨੋ सतगुरु महाराज जियों के पावन पवित्र स्थानां ते जो शाम दे वेले संध्या वेले लड़ीवार इतिहास दी कथा वार्ता आपा सरवण करने हा। अमृत वेले तो सतगुरु महाराज जियों के पावन पवित्र स्थान ते दीवान हाल अंदर सतगुरु महाराज जी दे दरो करोवर सोए हुए रागी सिंह ढाडी सिंह कविशर सिंघा ने पावन पवित्र गुरु इतिहास दे विचों पावन पवित्र बाणी विचों हर जस कथा कीर्तन सरवण करवाया है। साध संगत जीओ सतगुरु श्री गुरु नानक देव महाराज जियों के पावन पवित्र इतिहास की लड़ी आपा सरवण कर रहे हाँ। भाई साहब भाई गुरदास साहिब जी की जो पहली वार है, पहली वार दे विचों 40वीं पौड़ी है जो प्रकरण आपा सरवण कर रहे हाँ। भाई गुरदास साहिब जी ने अपनिया वारां विच पहली वार दी 40वीं पौड़ी है जो इस अध्याय की व्याख्या कर रही है। आरंभता हुंदी है खादी खुणस जोगेसरा गोष्ट करन सभे उठे आई। पातशाह जी दे नाल ईरखावश हो करके गोष्ट करन वास्ते आए हन। गुरमुखो एक दिन पहला भी बेनती कीती सी गोष्टी करनी माड़ी नहीं है, गोष्ट करके ही कोई ना कोई तत्व रूपी मक्खन प्राप्त किया जा सकता है।
ਇੱਕ ਨੇ ਆਪਣਾ ਵਿਚਾਰ ਇੱਕ ਪ੍ਰਕਾਰ ਦਿੱਤਾ, ਦੂਸਰੇ ਨੇ ਦੂਸਰੀ ਤਰ੍ਹਾਂ ਦਿੱਤਾ। ਇਹ ਤਾਂ ਹੈ ਮੰਥਨ ਕਰਨਾ ਕਿਸੇ ਗੱਲ ਦਾ। ਪਰ ਇੱਕ ਹੈ ਵੀ ਜੋ ਮੈਂ ਕਿਹਾ ਹੈ ਉਹ ਹੀ ਸੱਚ ਹੈ, ਦੂਸਰੇ ਦਾ ਕਿਹਾ ਹੋਇਆ ਗਲਤ ਹੈ। ਇਹਨੂੰ ਪਾਤਸ਼ਾਹ ਮਹਾਰਾਜ ਜੀ ਬਾਣੀ ਵਿੱਚ ਲਿਖਦੇ ਹਨ, ਟੂਟੈ ਬਾਹਾਂ ਦੋਹਾਂ ਦਿਸ ਗਹੀ। ਕਹਿੰਦੇ ਭਾਈ ਬਾਂਹ ਨੂੰ ਕੋਈ ਸੱਜੇ ਖਿੱਚੇ ਖੱਬੇ ਖਿੱਚੇ ਤੇ ਕੀ ਨਤੀਜਾ ਨਿਕਲੇਗਾ? ਬਾਂਹ ਟੁੱਟ ਜਾਏਗੀ। ਧੰਨ ਗੁਰੂ ਨਾਨਕ ਦੇਵ ਮਹਾਰਾਜ। ਟੂਟ ਪ੍ਰੀਤ ਗਈ ਬੁਰ ਬੋਲ, ਦੁਰਮਤ ਪਰ ਹਰ ਛਾਡੀ ਢੋਲ। ਇਹ ਜਿਹੜੀ ਗੋਸ਼ਟੀ ਮਹਾਰਾਜ ਇਹਨੂੰ ਕਹਿੰਦੇ ਭਾਈ ਇਹ ਗੋਸ਼ਟ ਨਹੀਂ ਹੈ। ਹੁਣ ਜਿਹੜੇ ਜੋਗੀ ਲੋਕ ਹਨ ਪਾਤਸ਼ਾਹ ਜੀ ਦੇ ਨਾਲ ਗੋਸ਼ਟ ਨਹੀਂ ਕਰਨ ਆਏ, ਉਹ ਤਾਂ ਅਸਿੱਧੇ ਰੂਪ ਦੇ ਅੰਦਰ ਲੜਨ ਵਾਸਤੇ ਹੀ ਆਏ ਹਨ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਖਾਦੀ ਖੁਣਸ ਜੋਗੀਸਰਾ, ਗੋਸ਼ਟ ਕਰਨ ਸਭੇ ਉਠਿਆਈ। ਪਾਤਸ਼ਾਹ ਜੀ ਨੂੰ ਭੰਗਰਨਾਥ ਨੇ ਆਣ ਕੇ ਇਹੋ ਬਚਨ ਕੀਤਾ, ਤੂੰ ਹੈ ਦੁੱਧ ਵਿੱਚ ਕਿਉਂ ਕਾਂਜੀ ਪਾਈ। ਫਿੱਟਿਆ ਜਾਂ ਭਾਂਡਾ ਦੁੱਧ ਦਾ, ਫਿੱਟਿਆ ਚਾਟਾ ਦੁੱਧ ਦਾ, ਰਿੜਕਿਆ ਮੱਖਣ ਹੱਥ ਨਾ ਆਈ। ਇਸ ਪ੍ਰਕਾਰ ਨਾਲ ਕਹਿੰਦੇ ਤੁਸਾਂ ਨੇ ਪਹਿਲਾਂ ਜਿਹੜਾ ਆਪਣੇ ਤਨ ਦੇ ਉੱਪਰ ਲਿਬਾਸ ਬਣਾਇਆ ਸੀ ਇਹ ਉਦਾਸੀਆਂ ਵਾਲਾ, ਹੁਣ ਤੁਸਾਂ ਨੇ ਜਾ ਕੇ ਸੰਸਾਰੀ ਕੱਪੜੇ ਪਾ ਲਏ ਹਨ। ਕਿਉਂਕਿ ਇਹ ਅੱਜ ਵੀ ਜਿਹੜੇ ਉਦਾਸੀ ਆਸ਼ਰਮ ਚੱਲਦੇ ਹਨ ਆਪਣੇ ਹਿੰਦੁਸਤਾਨ ਦੀ ਧਰਤੀ ਤੇ, ਜਦੋਂ ਕਿਸੇ ਨੂੰ ਆਪਣੇ ਮਤ ਵਿੱਚੋਂ ਕੱਢ ਦਿੰਦੇ ਹਨ ਉਸ ਤੋਂ ਬਾਅਦ ਕਹਿੰਦੇ ਹਨ ਕਿ ਹੁਣ ਇਹਨੇ ਸੰਸਾਰੀ ਕੱਪੜੇ ਪਾ ਲਏ ਹਨ, ਜਾਂ ਹੁਣ ਇਹ ਆਪਣੇ ਮਤ ਵਿੱਚੋਂ ਇਹਨੂੰ ਬਾਹਰ ਕੱਢ ਦਿੱਤਾ ਗਿਆ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਨਾ ਆਣ ਕਰਕੇ ਉਹਨਾਂ ਨੇ ਇਹੋ ਗੱਲ ਕਹੀ, ਤੁਸਾਂ ਆ ਕੀ ਕੰਮ ਕੀਤਾ? ਪਹਿਲਾਂ ਸਾਰੀ ਉਮਰ ਲੋਕਾਂ ਨੂੰ ਤੁਸੀਂ ਉਪਦੇਸ਼ ਦਿੰਦੇ ਰਹੇ ਤੇ ਜਦੋਂ ਆਪਣੀ ਵਾਰੀ ਆਈ ਤੁਸੀਂ ਆਪਣੀ ਵਾਰੀ ਸੰਸਾਰ ਦੇ ਕੱਪੜੇ, ਤੁਹਾਨੂੰ ਘਰ ਗ੍ਰਸਤੀ ਦਾ ਮੋਹ ਜਾਪ ਗਿਆ ਹੋਵੇਗਾ, ਤੁਹਾਨੂੰ ਘਰ ਗ੍ਰਸਤੀ ਦੀਆਂ ਮੋਹ ਦੀਆਂ ਤੰਦਾਂ ਨੇ ਖਿੱਚ ਲਿਆ, ਤੁਸਾਂ ਨੇ ਸੰਸਾਰੀ ਕੱਪੜੇ ਕਿਉਂ ਪਾਏ ਹਨ? ਇੱਥੇ ਮੇਰੇ ਪਾਤਸ਼ਾਹ ਜੀ ਨੇ ਫਿਰ ਅੱਗੇ ਬਚਨ ਕੀਤਾ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹਨ, ਤਥਾ ਕੱਲ ਦੇ ਪ੍ਰਕਰਨ ਵਿੱਚ ਭਾਈ ਸਾਹਿਬ ਜੀ ਹੁਣਾਂ ਨੇ ਆਪ ਜੀਆਂ ਨੂੰ ਸਰਵਣ ਵੀ ਕਰਵਾਇਆ ਸੀ। ਪਾਤਸ਼ਾਹ ਜੀ ਦਾ ਬਚਨ ਸੀ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਨਾਨਕ ਆਖੈ ਭੰਗਰਨਾਥ ਤੇਰੀ ਮਾਊ ਕੁਚੱਜੀ ਆਈ। ਭੰਗਰਨਾਥ ਸੀ ਜਿਹੜਾ ਇਹਨਾਂ ਵਿੱਚੋਂ ਵਿਚਾਰ ਕਰਨ ਵਾਸਤੇ ਆਇਆ। ਮੰਗਲਨਾਥ ਸਿਆਣਾ ਸੀ, ਮੰਗਲਨਾਥ ਕੁਛ ਨਹੀਂ ਬੋਲਿਆ। ਇਹਨਾਂ ਵਿੱਚੋਂ ਆਗੂ ਬਣ ਕੇ ਆਇਆ ਭੰਗਰਨਾਥ। ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀਆਂ ਨੇ ਨਾਮ ਉਹਨਾਂ ਆਗੂਆਂ ਵਿੱਚੋਂ ਭੰਗਰਨਾਥ ਦਾ ਲਿਖ ਦਿੱਤਾ। ਮਹਾਰਾਜ ਕਹਿਣ ਲੱਗੇ, ਭੰਗਰਨਾਥ ਤੇਰੀ ਮੱਤ ਕੁਚੱਜੀ ਹੈ। ਇੱਥੇ ਮਾਂ, ਮਾਊ ਦਾ ਅਰਥ ਮਾਂ ਵੀ ਕੀਤਾ, ਤੇਰੀ ਮਾਂ ਕੁਚੱਜੀ ਹੈ। ਮਾਂ ਕੁਚੱਜੀ ਦੇ ਅਰਥ ਕੀ ਨੇ? ਤੇਰੀ ਮੱਤ ਕੁਚੱਜੀ ਹੈ। ਅਸਲ ਵਿੱਚ ਤੈਨੂੰ ਭਾਂਡਾ ਧੋਣ ਦੀ ਜਾਚ ਨਹੀਂ ਆਈ। ਭਾਂਡੇ ਨੂੰ ਕਿਸ ਪ੍ਰਕਾਰ ਧੋਣਾ ਹੈ, ਕਿਸ ਪ੍ਰਕਾਰ ਉਹਦੇ ਵਿੱਚ ਨਿਰਮਲ ਰੂਪੀ ਦੁੱਧ ਜੋ ਅੰਮ੍ਰਿਤ ਰੂਪੀ ਦੁੱਧ ਹੈ ਕਿਸ ਤਰ੍ਹਾਂ ਪਾਉਣਾ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਉੱਥੇ ਵਿਚਾਰ ਇਸ ਨੁਕਤੇ ਦੇ ਉੱਪਰ ਹੋਈ। ਮਹਾਰਾਜ ਲੱਗੇ ਕਹਿਣ, ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਕਹਿ ਕਰ ਮੰਗਣ ਜਾਈ। ਕਹਿੰਦੇ ਸ਼ਾਬਾਸ਼ ਜੋਗੀਓ ਤੁਹਾਡੇ, ਇੱਕ ਪਾਸੇ ਗ੍ਰਸਤੀਆਂ ਨੂੰ ਮਾੜਾ ਕਹਿੰਦੇ ਹੋ, ਦੂਜਾ ਜਦੋਂ ਤੁਹਾਨੂੰ ਭੁੱਖ ਲੱਗਦੀ ਹੈ ਉਹਨਾਂ ਦੇ ਦਰਵਾਜ਼ੇ ਤੇ ਜਾਂਦੇ ਹੋ। ਗੱਲਾਂ ਦੋ ਨਾ ਕਰੋ। ਇੱਕ ਤਾਂ ਗ੍ਰਸਤੀ ਲੋਕ ਮਾੜੇ, ਤੁਸਾਂ ਕਹਿ ਦਿੱਤਾ ਵੀ ਸੰਸਾਰੀ ਲੋਕ ਮਾੜੇ ਹਨ, ਇਹਨਾਂ ਘਰ ਗ੍ਰਸਤੀ ਵਿੱਚ ਰਹਿੰਦੇ ਹਨ ਮਾੜੇ ਹਨ। ਮਹਾਰਾਜ ਕਹਿਣ ਲੱਗੇ ਤੁਸਾਂ ਕਿਹਾ ਹੋਏ ਅਤੀਤ ਗ੍ਰਸਤ ਤਜ, ਫਿਰ ਉਹਨੂੰ ਕਹਿ ਕਰ ਮੰਗਣ ਜਾਈ। ਵੀ ਬੱਲੇ ਦੁਬਾਰਾ ਮੰਗਣ ਵੀ ਉਹਨਾਂ ਦੇ ਘਰ ਚੜ ਕੇ ਜਾਂਦੇ ਹੋ। ਮਹਾਰਾਜ ਕਹਿੰਦੇ ਵਿਣ ਦਿੱਤੇ ਕਿਛ ਹੱਥ ਨਾ ਆਈ। ਭਲਿਓ ਜੇ ਹੱਥੀ ਦਾਨ ਪੁੰਨ ਨਹੀਂ ਨਾ ਕੀਤਾ ਤੇ ਵਾਪਸ ਮੁੜਨਾ ਵੀ ਨਹੀਂ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ
ਇਹ ਸੀ ਸਾਧ ਸੰਗਤ ਜੀਓ ਇਸ ਨੁਕਤੇ ਤੇ ਅਚਲ ਵਟਾਲੇ ਸ਼ਿਵਰਾਤ ਦੇ ਮੇਲੇ ਤੇ ਸ਼ਿਵਰਾਤਰੀ ਤੇ ਜਦੋਂ ਉੱਥੇ ਇਕੱਠ ਹੋਇਆ, ਇਸ ਨੁਕਤੇ ਤੇ ਉਹਨਾਂ ਦੀ ਵਿਚਾਰ ਵਿਮਰਸ਼ ਵੀ ਹੋਈ। ਫਿਰ ਜਿਹੜੀ ਇਹਨਾਂ ਨੇ ਕੁਝ ਆਪਣੇ ਆਪ ਜੀਵਨ ਦੇ ਅੰਦਰ ਇਹਨਾਂ ਕਰਾਮਾਤਾਂ ਦੇ ਨਾਲ ਕੁਝ ਇਹਨਾਂ ਦੀ ਆਪਣੀ ਜੋ ਕਮਾਈ ਕੀਤੀ ਹੋਈ ਸੀ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ, ਪਾਤਸ਼ਾਹ ਜੀ ਦੇ ਨਾਲ ਸ਼ਰਤਾਂ ਲਾਉਣ ਲੱਗੇ ਹਨ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਲੱਗੇ ਕਹਿਣ, ਹਿੰਮਤ ਹੈ ਤਾਂ ਅਸੀਂ ਲੁਕਨੇ ਹਾਂ, ਤੁਸੀਂ ਸਾਨੂੰ ਪਕੜ ਲਵੋ। ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਮੁੱਛਾਂ ਤੋਂ ਪਕੜ ਕੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ। ਕੋਈ ਪੱਛਮ ਵਿੱਚ ਜਾ ਕੇ ਲੁਕ ਗਿਆ, ਕੋਈ ਪੂਰਬ ਵਿੱਚ ਜਾ ਕੇ ਲੁਕ ਗਿਆ, ਕੋਈ ਪਤਾਲ ਦੀਆਂ ਕੰਦਰਾਂ ਵਿੱਚ ਜਾ ਕੇ, ਪੱਥਰਾਂ ਪਰਬਤਾਂ ਦੀਆਂ ਕੰਦਰਾਂ ਵਿੱਚ ਜਾ ਕੇ ਛੁਪ ਗਿਆ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਉਜਲ ਕੋਈ ਵੀ ਨਾ ਰਿਹਾ, ਮਹਾਰਾਜ ਜੀਆਂ ਤੋਂ ਪਾਸੇ ਕੋਈ ਵੀ ਨਾ ਰਿਹਾ। ਹੁਣ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਲੱਗੇ ਕਹਿਣ, ਕਹਿੰਦੇ ਅਸੀਂ ਤੁਹਾਨੂੰ ਲੱਭਾਂਗੇ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਪਰਿਪੂਰਨ ਪਰਮਾਤਮਾ ਸਰੂਪ ਦੇ ਅੰਦਰ ਆਪਣਾ ਆਪ ਮਿਲਾ ਲਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਇਸ ਪ੍ਰਕਾਰ ਮਿਲਾਇਆ ਤੇ ਫਿਰ ਇਹ ਲੱਭਣ ਲੱਗੇ। ਬੜਾ ਇਹਨਾਂ ਨੇ ਸਾਧ ਸੰਗਤ ਜੀਓ ਜ਼ੋਰ ਇਸ ਪ੍ਰਕਾਰ ਲਾਇਆ, ਪਰ ਖਾਲੀ ਹੱਥ ਰਹੇ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਜਿਹੜੇ ਸ਼ਰਤਾਂ ਲਾ ਕੇ ਜਿੱਤਣ ਵਾਸਤੇ ਆਏ ਸਨ, ਪਾਤਸ਼ਾਹ ਜੀਆਂ ਦੇ ਸਾਹਮਣੇ ਕਿਸ ਪ੍ਰਕਾਰ ਉਹ ਆਣ ਕਰਕੇ ਢਏ ਹਨ, ਆਓ ਇਹਨਾਂ ਪ੍ਰਸੰਗਾਂ ਵਿੱਚ ਆਪਾਂ ਸਰਵਣ ਕਰਾਂਗੇ। ਸੋ ਆਓ ਸਾਧ ਸੰਗਤ ਜੀਓ, ਕਰੋ ਮਨ ਬਿਰਤੀਆਂ ਨੂੰ ਇਕਾਗਰ, ਬਖਸ਼ੋ ਅਸੀਸ। ਕਥਾ ਪ੍ਰਾਰੰਭ ਕਰੀਏ, ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਭੁਜੰਗ ਪ੍ਰਿਆਤ ਛੰਦ ਸਬੈ ਸਿੱਧ ਜੋ ਈਰਖਾ ਕੋ ਕਰੇ ਹੈ। ਜਿੰਨੇ ਵੀ ਸਿੱਧ ਸਨ ਜਿਹੜੇ ਈਰਖਾ ਦੇ ਨਾਲ ਭਰੇ ਹੋਏ ਸਨ ਪਾਤਸ਼ਾਹ ਜੀ ਦੀ ਮਹਿਮਾ ਤੋਂ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਤੇਜ ਪ੍ਰਤਾਪ ਦੇ ਨਾਲ ਇਹ ਮਹਾਰਾਜ ਜੀ ਤੋਂ ਈਰਖਾ ਕਰਦੇ ਹਨ। ਨਹੀਂ ਪਾਓ ਕੈਸੋਰੀ ਦੇ ਮੋਤਰੇ ਹੈ। ਪਾਤਸ਼ਾਹ ਜੀ ਦੇ ਪ੍ਰਤੀ ਹਿਰਦੇ ਅੰਦਰ ਰੰਚਕ ਮਾਤਰ ਵੀ ਭਾਉ ਕਹੀਏ ਪ੍ਰੇਮ ਨਹੀਂ ਧਾਰਦੇ, ਕਿਉਂਕਿ ਜਦੋਂ ਅੱਖਾਂ ਤੇ ਈਰਖਾ ਆ ਗਈ, ਹਿਰਦੇ ਦੇ ਅੰਦਰ ਦੂਈ ਦਾ ਵਾਸਾ ਹੋਇਆ, ਤਾਂ ਉਸ ਪਾਤਸ਼ਾਹ ਜੀ ਦੇ ਨਾਲ ਇਹਨਾਂ ਨੇ ਪਿਆਰ ਕਿੱਥੇ ਰੱਖਣਾ ਹੈ, ਇਹਨਾਂ ਨੇ ਮਹਾਰਾਜ ਜੀ ਦੇ ਨਾਲ ਪ੍ਰੇਮ ਕਿੱਥੇ ਰੱਖਣਾ ਹੈ। ਆਪਾਂ ਬਚਨ ਪੜ੍ਹਨੇ ਹਾਂ, ਸਤਿਗੁਰ ਸਦਾ ਦਇਆਲ ਹੈ ਭਾਈ, ਵਿਣ ਭਾਗਾਂ ਕਾ ਪਾਈਐ। ਹੁਣ ਮਹਾਰਾਜ ਜੀ ਤਾਂ ਕਿਸੇ ਨਾਲ ਕਿਸੇ ਪ੍ਰਕਾਰ ਦੀ ਕੋਈ ਈਰਖਾ ਨਹੀਂ ਰੱਖਦੇ। ਹੁਣ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬਚਨ ਹਨ, ਸਤਿਗੁਰੂ ਜੀ ਦੇ ਵਾਸਤੇ ਸਾਰੇ ਸਮਤ ਹਨ। ਸਮਤ ਕਹੀਏ ਸਾਰੇ ਪਾਤਸ਼ਾਹ ਜੀ ਦੇ ਵਾਸਤੇ ਇੱਕ ਬਰਾਬਰ ਹਨ। ਹੁਣ ਉਹ ਵੱਖਰੀ ਗੱਲ ਹੈ, ਪੰਚਮ ਪਾਤਸ਼ਾਹ ਜੀ ਦੇ ਬਚਨ ਹਨ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰਾ ਰਾਜਨ। ਮਹਾਰਾਜ ਕਹਿੰਦੇ ਭਾਈ ਸਾਡੇ ਵਾਸਤੇ ਤਾਂ ਸਾਰੇ ਮਿੱਤਰ ਹਨ। ਹੁਣ ਉਹ ਵੱਖਰੀ ਗੱਲ ਹੈ ਜਿਹੜੀ ਸਾਹਮਣੇ ਸ਼ਖਸੀਅਤ ਕੋਈ ਬੈਠੀ ਹੈ ਭਾਈ, ਉਹ ਪਾਤਸ਼ਾਹ ਜੀ ਨੂੰ ਮੀਤ ਕਰਕੇ ਜਾਣਦਾ ਹੈ ਜਾਂ ਦੁਸ਼ਮਣ ਕਰਕੇ ਜਾਣ ਰਿਹਾ ਹੈ। ਸਿੱਧਤਾ ਪਾਤਸ਼ਾਹ ਜੀ ਨੂੰ ਆਪਣੇ ਕਿਉਂਕਿ ਈਰਖਾ ਵਸ ਹੋ ਕੇ ਕਰਕੇ ਦੁਸ਼ਮਣ ਵਾਂਗ ਜਾਣ ਰਹੇ ਹਨ ਪਾਤਸ਼ਾਹ ਜੀ ਨੂੰ, ਤੇ ਮਹਾਰਾਜ ਜੀਆਂ ਦੇ ਪ੍ਰਤੀ ਹਿਰਦੇ ਅੰਦਰ ਪ੍ਰੇਮ ਨਹੀਂ ਹੈ। ਬੁਝੈ ਨਾ ਬੁਝਾਈ ਬਰੀ ਹੈ ਅਪਾਰਾ। ਮਹਾਰਾਜ ਜੀ ਦੇ ਪ੍ਰਤੀ ਤਾਂ ਹਿਰਦੇ ਅੰਦਰ ਅੱਗ ਦੇ ਭਾਂਬੜ ਪਏ ਮੱਚਦੇ ਹਨ। ਕਹਿੰਦੇ ਉਹ ਈਰਖਾ, ਉਹ ਅੱਗ ਦੇ ਭਾਂਬੜ, ਦਵੈਸ਼ ਦੇ ਭਾਂਬੜ ਬੁਝਾਇਆ ਵੀ ਨਹੀਂ ਬੁਝਦੇ। ਤਬੈ ਰੂਪ ਧਾਰੇ ਅਨੇਕੰ ਪ੍ਰਕਾਰ। ਜਿਹੜੀ ਇਹਨਾਂ ਨੇ ਇੰਨੇ ਚਿਰ ਦੀਆਂ ਭਗਤੀਆਂ ਜਿਹੜੀਆਂ ਸਾਧੀਆਂ ਹੋਈਆਂ ਹਨ, ਇਹਨਾਂ ਨੇ ਇੰਨੇ ਲੰਮੇ ਸਮੇਂ ਤੋਂ ਭਗਤੀਆਂ ਸਾਧ ਕੇ ਹੁਣ ਆਪਣੇ ਵੱਖ-ਵੱਖ ਸਰੀਰ ਦੇ ਵੱਖ-ਵੱਖ ਜਿਹੜੇ ਰੂਪ ਸਨ ਆਕਾਰ ਲੱਗੇ ਬਣਾਉਣਾ। ਭਏ ਸਿੰਘ ਕੋ ਬਘੇਲਾ ਬਨੇ ਹੈ। ਕੋਈ ਉੱਥੇ ਮੇਲੇ ਦੇ ਅੰਦਰ ਕਿਉਂਕਿ ਲੋਕ ਵੀ ਹੋਰ ਵੀ ਬਹੁਤ ਜੁੜੇ ਸਨ,
ਕਿਸੇ ਨੇ ਆਪਣਾ ਸ਼ੇਰ ਦਾ ਸਰੀਰ ਬਣਾ ਲਿਆ ਆਕਾਰ ਦਾ, ਕਿਸੇ ਨੇ ਬਘਿਆੜ ਦਾ ਬਣਾ ਲਿਆ। ਕਿਤੇ ਬੰਨ ਭਖੈ ਕੋ ਬੈਨਾ ਪਨੇ ਤੇ ਹੈ। ਕੋਈ ਆ ਮੂੰਹ ਦੇ ਵਿੱਚੋਂ ਅੱਗ ਪਿਆ ਸੁੱਟਦਾ ਹੈ ਤੇ ਮੰਦੜੇ ਬੋਲ ਬੋਲ ਰਹੇ ਹਨ। ਕਿਤੇ ਕੰਧ ਆਰੂੜ ਹੋਇ ਕੈ ਪਗਾਵੈ। ਕੋਈ ਕੰਧ ਦੇ ਉੱਪਰ ਚੜ ਕਰਕੇ ਨੱਠਦੇ ਹਨ। ਮ੍ਰਿਗਾਨੀ ਲਈ ਕੋ ਆਕਾਸ਼ੈ ਤੇ ਉਡਾਵੈ। ਕੋਈ ਮਿਰਗ ਦੀ ਪਾ ਕੇ ਖਲ ਤੇ ਆਕਾਸ਼ ਵਿੱਚ ਪਏ ਚੱਕਰ ਕੱਟ ਰਹੇ ਹਨ। ਇਸ ਪ੍ਰਕਾਰ ਦੇ ਨਾਲ ਇਹਨਾਂ ਨੇ ਜਿੰਨੀ ਵੀ ਕਿਸੇ ਪਾਸ ਕੋਈ ਰਿੱਧ ਸਿੱਧ ਸ਼ਕਤੀ ਆਦ ਸੀ, ਇਸ ਪ੍ਰਕਾਰ ਦੇ ਨਾਲ ਲੋਕਾਂ ਨੂੰ ਡਰਾਉਣ ਲੱਗੇ। ਭਏ ਪੰਨ ਗੰਬੇਖ ਦੇਖੈ ਭਿਆਨਾ। ਕਈ ਵਿੱਚੋਂ ਜਿਹੜੇ ਸਨ ਉਹ ਸੱਪ ਬਣ ਗਏ, ਭਯੰਕਰ ਨਾਗ ਉਹ ਰੂਪ ਧਾਰਨ ਕਰ ਲਿਆ। ਤਰੂਕੈ ਫਰੂਕੈ ਕੇ ਸ਼ੂਕੈ ਮਹਾਨਾ। ਔਰ ਬਣੇ ਹੋਏ ਭਯੰਕਰ ਜਿਹੜੇ ਨਾਗ ਨੇ ਉਹ ਲੋਕ ਉੱਥੇ ਕੋਲ ਨੇ ਤੇ ਕਦੇ ਕਿਸੇ ਵੱਲ ਨੂੰ ਹੋ ਕੇ ਕਦੇ ਕਿਸੇ ਵੱਲ ਨੂੰ ਹੋ ਕਰਕੇ ਇਸ ਪ੍ਰਕਾਰ ਫੁੰਕਾਰੇ ਪਏ ਮਾਰਦੇ ਹਨ। ਕਿਨੈ ਤੁੰਡ ਦੇਹੀ ਕਰੀ ਹੈ ਬੇਸ਼ਾਲਾ। ਕਿਸੇ ਨੇ ਆਪਣਾ ਜਿਹੜਾ ਸਰੀਰ ਦੇਹੀ ਬੜੇ ਵੱਡੇ ਆਕਾਰ ਦੀ ਬਣਾ ਲਈ ਉਡੈ ਆਕਾਸ਼ੰ ਲਏ ਹੱਥ ਜਵਾਲਾ। ਔਰ ਹੱਥ ਦੇ ਅੰਦਰ ਅੱਗ ਲੈ ਕਰਕੇ ਇਸ ਪ੍ਰਕਾਰ ਆਕਾਸ਼ ਦੇ ਅੰਦਰ ਪਏ ਉੱਡ ਕਰਕੇ ਲੋਕਾਂ ਨੂੰ ਡਰਾ ਰਹੇ ਹਨ। ਟੋਟਕ ਛੰਦ ਕਿਲਕਾਰਤ ਕੇ ਤਿਕ ਰੋਖ ਦਹੇ। ਕਈ ਉੱਚੀ ਪਏ ਕੁਲਕਾਰੀਆਂ ਮਾਰਦੇ ਹਨ। ਨਭ ਬੀਚ ਕਿਤੇ ਥਿਰ ਹੋਏ ਰਹੇ। ਕੋਈ ਆਕਾਸ਼ ਦੇ ਅੰਦਰ ਬਿਨਾਂ ਆਸਰੇ ਤੋਂ ਖਲੋਤਾ ਹੈ, ਲੋਕਾਂ ਨੂੰ ਡਰਾ ਰਹੇ ਹਨ। ਆਕਾਸ਼ ਵਿੱਚ ਬਿਨਾਂ ਕਿਸੇ ਆਸਰੇ ਤੋਂ ਕੋਈ ਇੱਕ ਥਾਂ ਇਸ ਪ੍ਰਕਾਰ ਖਲੋਤਾ ਹੈ। ਕਮਾਇਆ ਹੀ ਜ਼ਿੰਦਗੀ ਵਿੱਚ ਇਹਨਾਂ ਨੇ ਬਸ ਇੱਥੋਂ ਤੱਕ ਸੀ। ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤਾਂ ਬਚਨ ਕਰਦੇ ਹਨ, ਭਾਈ ਇਹ ਰਿੱਧੀਆਂ ਸਿੱਧੀਆਂ ਤਾਂ ਪਾਤਸ਼ਾਹ ਜੀਆਂ ਦੇ ਘਰ ਦੇ ਬਾਹਰਲੇ ਪਾਸੇ ਹਨ। ਇਹ ਤਾਂ ਰਿੱਧੀਆਂ ਸਿੱਧੀਆਂ ਤਾਂ ਸਾਹਿਬ ਦੇ ਘਰ ਦੇ ਬਾਹਰ ਦਰਵਾਜ਼ੇ ਤੇ ਹਨ। ਉਸ ਪਰਿਪੂਰਨ ਪਰਮਾਤਮਾ ਨੂੰ ਮਿਲਣਾ ਇਸ ਤੋਂ ਵੱਡੀ ਹੋਰ ਕੋਈ ਰਿੱਧ, ਹੋਰ ਕੋਈ ਸਿੱਧ, ਹੋਰ ਕੋਈ ਕਰਾਮਾਤ ਨਹੀਂ। ਉਸ ਸਾਹਿਬ ਜੀ ਨੂੰ ਮਿਲ ਪੈਣਾ ਇਸ ਤੋਂ ਸਭ ਛੋਟੀਆਂ ਕਰਾਮਾਤਾਂ ਹਨ। ਬਰਖਾਵਤ ਪਾਵਕ ਕੋ ਧਰਨੀ। ਔਰ ਉੱਥੇ ਖਲੋਤੇ ਹੋਏ ਆਕਾਸ਼ ਦੇ ਅੰਦਰ ਧਰਤੀ ਤੇ ਪਏ ਅੱਗ ਸੁੱਟ ਰਹੇ ਹਨ। ਜਲ ਬੀਚ ਤਰੈ ਜਿਮ ਹੋਇ ਤਰਨੀ। ਔਰ ਕੋਈ ਪਾਣੀ ਦੇ ਵਿੱਚ ਇਸ ਪ੍ਰਕਾਰ ਤੁਰ ਰਹੇ ਨੇ ਜਿਵੇਂ ਕੋਈ ਬੇੜੀ ਵਿੱਚ ਤੁਰਦਾ ਹੋਵੇ। ਜਿਸ ਪ੍ਰਕਾਰ ਬੇੜੀ ਪਾਣੀ ਵਿੱਚ ਤੁਰਦੀ ਹੈ, ਤੈਰਦੀ ਹੈ, ਇਸੇ ਪ੍ਰਕਾਰ ਇਹ ਆਮ ਉੱਪਰ ਪਾਣੀ ਉੱਪਰ ਚੱਲ ਰਹੇ ਹਨ। ਲਘ ਰੂਪ ਕਿਤੇ ਦਰਸਾਏ ਨਹੀਂ। ਔਰ ਕਈਆਂ ਦੇ ਸਵਰੂਪ ਦਿਸਦੇ ਵੀ ਨਹੀਂ, ਇਸ ਪ੍ਰਕਾਰ ਛੋਟੇ ਸਰੂਪ ਬਣਾ ਲਏ। ਨਿਜ ਮੰਤਰਨ ਜੰਤਰ ਕਰੰਤ ਸਹੀ। ਔਰ ਉੱਚੀ ਆਪੋ ਆਪਣੇ ਮੰਤਰ ਜੰਤਰ ਆਦ ਇਹ ਗਾ ਰਹੇ ਹਨ। ਬਹਲੋਕ ਬਿਖੈ ਵੱਡ ਪੀਰ ਜਹਾ। ਔਰ ਜਿੱਥੇ ਵੱਡੀ ਭੀੜ ਲੋਕਾਂ ਦੀ ਜੁੜੀ ਹੋਈ ਸੀ, ਸਭ ਕੋ ਡਰ ਪਾਵੈ ਦੇਖ ਤਹਾ। ਔਰ ਜਿੰਨੇ ਵੀ ਲੋਕ ਸਨ, ਹੁਣ ਆਮ ਤਾਂ ਲੋਕ ਉੱਥੋਂ ਚੱਲ ਵਟਾਲੇ ਮੇਲੇ ਵਿੱਚ ਗਏ, ਪਰ ਇਹਨਾਂ ਸਿੱਧਾਂ ਨੇ ਉੱਥੇ ਜਾ ਕੇ ਕੀ ਕੀਤਾ ਇਹ ਤਾਂ ਨਹੀਂ ਸੀ ਨਾ ਪਤਾ ਉਹਨਾਂ ਨੂੰ। ਜਿਹੜੇ ਉੱਥੇ ਹੋਰ ਲੋਕ ਗਏ ਉਹ ਬੜੇ ਡਰ ਗਏ। ਦੋਹਰਾ ਦੇਖ ਸਰੂਪ ਭਿਆਨਕ ਡਰ ਪੇ ਲੋਗ ਵਿਸ਼ਾਲ। ਔਰ ਉਹਨਾਂ ਦੇ ਭਯੰਕਰ ਸਵਰੂਪ ਦੇਖ ਕਰਕੇ ਕੋਈ ਸਿੰਘ ਕੋਈ ਇਸ ਪ੍ਰਕਾਰ ਬਘੇਲਾ ਬਣਿਆ ਹੈ। ਇਸ ਪ੍ਰਕਾਰ ਸਰੂਪ ਦੇਖ ਕਰਕੇ ਜਿੰਨੇ ਮੇਲੇ ਵਿੱਚ ਲੋਕ ਸਨ ਉਹ ਡਰ ਗਏ। ਇਤੇ ਉਤ ਤਕੈ ਭਲਾਏ ਨੰ ਧੀਰਜ ਦਈ ਕਿਰਪਾਲ। ਔਰ ਕੋਈ ਇੱਧਰ ਨੂੰ ਸੱਜੇ ਨੱਠ ਰਿਹਾ ਹੈ, ਕੋਈ ਆਪਣਾ ਆਪਿਆ ਸੰਭਾਲ ਰਿਹਾ ਹੈ। ਇੰਨੇ ਨੂੰ ਦੀਨ ਦੁਨੀਆ ਦੇ ਮਾਲਕ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਆਣ ਉਹਨਾਂ ਨੂੰ ਧੀਰਜ ਦਿੱਤੀ। ਗੁਰੂ ਅਜੀਤੇ ਸੋ ਕਹਿਓ ਸਭ ਨਰ ਕੇ ਚਾਹੋ ਫੇਰ। ਇਹਨਾਂ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਨਾ ਸਤਿਕਾਰਯੋਗ ਭਾਈ ਅਜਿੱਤੇ ਨੂੰ ਕੋਲੋਂ ਇੰਨੀ ਗੱਲ ਕਹੀ ਕਿ ਭਾਈ ਅਜਿੱਤਾ, ਜਿੰਨੇ ਵੀ ਲੋਕ ਇੱਥੇ ਜੁੜੇ ਹੋਏ ਹਨ ਇਹਨਾਂ ਦੇ ਆਲੇ ਦੁਆਲੇ ਉੱਠ ਕੇ ਕਰਦੇ ਕਾਰ ਤੂੰ ਵਾਹਿਗੁਰੂ ਮੁਖ ਟੇਰ। ਔਰ ਭਾਈ ਅਜਿੱਤੇ ਨੂੰ ਕਿਹਾ ਕਿ ਮੁਖੋ ਵਾਹਿਗੁਰੂ 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 ਕਰਦਾ ਹੋਇਆ ਇੰਨੇ ਸਾਰੇ ਮੇਲੇ ਦੇ ਆਲੇ ਦੁਆਲੇ ਜਿੰਨੇ ਲੋਕ ਜੁੜੇ ਨੇ ਤੂੰ ਕਾਰੀ ਕੱਢਿਆ, ਲੀਕ ਕੱਢ ਕੇ ਆ, ਲੀਕ ਖਿੱਚ ਕੇ ਆ, ਜਿੰਨੇ ਵੀ ਸਾਰੇ ਪਾਸੇ ਲੋਕ ਜੁੜੇ ਹਨ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚੋਂ ਦਰਸ਼ਨ ਕਰਨੇ ਹਾਂ।
ਮਹਾਰਾਜ ਜੀਆਂ ਦੇ ਤਾਂ ਅੱਜ ਵੀ ਬੋਲ ਹਨ, ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ। ਹੇ ਭਾਈ ਗੁਰੂ ਕੇ ਸਿੱਖਾ, ਆਪਣੇ ਜੀਵਨ ਦੇ ਆਲੇ ਦੁਆਲੇ ਤੈਨੂੰ ਜਿੱਥੇ ਵੀ ਕੋਈ ਡਰ ਆਦ ਲੱਗੇ, ਮਾਲਕ ਦੇ ਸ਼ਬਦ ਦੀ ਤੂੰ ਕਾਰ ਆਪਣੇ ਆਲੇ ਦੁਆਲੇ ਕੱਢ ਲਵੀਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ, RAM ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ। ਜਿਹੜੇ ਪਾਸੇ ਚੌਂਕੀ ਹੋਵੇ, ਪਹਿਰਾ ਹੋਵੇ ਪੁਲਿਸ ਦਾ, ਉਸ ਪਾਸੇ ਨੂੰ ਚੋਰ ਮੂੰਹ ਨਹੀਂ ਕਰਦੇ, ਤੇ ਜਿਹੜੇ ਪਾਸੇ ਗੁਰੂ ਦੇ ਸ਼ਬਦ ਦੀ ਚੌਂਕੀ ਹੋਵੇ, ਗੁਰੂ ਦੇ ਸ਼ਬਦ ਦਾ ਪਹਿਰਾ ਹੋਵੇ, ਉਸ ਪਾਸੇ ਨੂੰ ਇਹਨਾਂ ਜਮਾਂ ਨੇ ਵੀ ਮੂੰਹ ਨਹੀਂ ਕਰਨਾ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਅਜਿੱਤੇ ਨੂੰ ਕੋਲ ਬੁਲਾ ਕਰਕੇ ਲੱਗੇ ਕਹਿਣ, ਭਾਈ ਅਜਿੱਤਾ ਉੱਠ, ਇੱਕ ਕੰਮ ਕਰ। ਜਿੰਨੇ ਵੀ ਜੁੜੇ ਹੋਏ ਹਨ ਮੁਖੋਂ ਵਾਹਿਗੁਰੂ ਵਾਹਿਗੁਰੂ ਕਰਦਾ ਹੋਇਆ ਸਾਰੇ ਤੂੰ ਆਲੇ ਦੁਆਲੇ ਤੂੰ ਕਾਰੀ ਕੱਢ ਕੇ ਆ, ਲੀਕ ਖਿੱਚ ਕੇ ਆ। ਤੇ ਭਾਈ ਅਜਿੱਤੇ ਨੇ ਉਸੇ ਪ੍ਰਕਾਰ ਕੀਤਾ। ਦੁਵਈਆ ਛੰਦ ਉਠਿਓ ਅਜੀਤਾ ਕੀਨੀ ਕਾਰਾ, ਆਪ ਗਇਓ ਸਰ ਮਾਹੀ। ਭਾਈ ਅਜਿੱਤੇ ਨੇ ਵੀ ਸਤਿਗੁਰੂ ਮਹਾਰਾਜ ਜੀਆਂ ਦੇ ਕੋਲ ਪਾਲਦੇ ਹਾਂ, ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਕਰਦਿਆਂ ਹੋਇਆਂ ਕਾਰੀ ਕੱਢੀ, ਔਰ ਆਪ ਇੱਕ ਸਰੋਵਰ ਵੱਲ, ਭਾਈ ਅਜਿੱਤਾ ਸਰੋਵਰ ਵੱਲ ਚਲੇ ਗਏ। ਤੇ ਪਰਲੇ ਨਿਜ ਚੀਰ ਡਸਾਇਓ, ਭੀਜਿਓ ਤਾਰਿਕ ਨਾਹੀ। ਔਰ ਪਿੰਡੇ ਤੇ ਉੱਪਰੋਂ ਕੱਪੜਾ ਲਾ ਕੇ ਨਾ ਸਾਰੇ ਸਰੋਵਰ ਦੇ ਉੱਪਰ, ਪਾਣੀ ਉੱਪਰ ਉਹਨਾਂ ਨੇ ਕੱਪੜਾ ਪਾ ਦਿੱਤਾ। ਸਾਰੇ ਸਰੋਵਰ ਤੇ ਕੱਪੜਾ ਪਾਇਆ ਤੇ ਕੰਨੀ ਮਾਤਰ ਵੀ ਪਾਣੀ ਦੇ ਅੰਦਰ ਜਿਹੜਾ ਕੱਪੜਾ ਸੀ ਉਹ ਭਿੱਜਿਆ ਨਹੀਂ। ਭਾਈ ਅਜਿੱਤੇ ਨੇ ਪਹਿਲਾਂ ਕਾਰੀ ਕੱਢੀ, ਕਿਉਂਕਿ ਹੁਣ ਜਦੋਂ ਚਿੱਤ ਵਿੱਚ ਵੇਖਿਆ ਕਿ ਇਹ ਜਿਹੜੇ ਸਿੱਧ ਪਏ ਕਰ ਰਹੇ ਹਨ, ਉਹਨਾਂ ਦਾ ਅਹੰਕਾਰ ਵੀ ਤਾਂ ਗੁਰੂ ਕੇ ਸਿੱਖ ਨੇ ਤੋੜਨਾ ਸੀ। ਭਾਈ ਅਜਿੱਤੇ ਨੇ ਕੀ ਕੀਤਾ, ਕੱਪੜਾ ਲਿਆ, ਪਿੰਡੇ ਤੋਂ ਲਾਹ ਕਰਕੇ ਕੱਪੜਾ ਲਾ ਕੇ ਸਰੋਵਰ ਤੇ ਪਾਇਆ, ਤੇ ਪਾ ਕਰਕੇ ਜਦੋਂ ਉੱਤੇ ਆਪ ਖਲੋਤੇ ਨੇ ਤੇ ਕਿਣਕਾ ਮਾਤਰ ਵੀ ਲੇਸ਼ ਜਾਂ ਪਾਣੀ ਦੇ ਅੰਦਰ ਕੱਪੜਾ ਤੱਕ ਨਹੀਂ ਭਿੱਜਿਆ। ਤਾਹੇ ਅਰੂਢ ਹੋਏ ਕਹਿ ਬੈਠਾ, ਕਾਰ ਕਰੈ ਇਮ ਸੋਈ। ਤੇ ਭਾਈ ਅਜਿੱਤਾ ਉਸੇ ਬਸਤਰ ਦੇ ਉੱਪਰ ਚੌਂਕੜਾ ਮਾਰ ਕੇ ਬੈਠ ਗਏ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਅਜਿੱਤਾ ਜੀ ਉੱਥੇ ਹੀ ਬੈਠ ਗਏ। ਮਰੇ ਬਿਹੰਗ ਸਰੋਵਰ ਮੈਂ ਬਹੁ ਗਹਿਤ ਪਇਓ ਕਰ ਦੋਈ। ਤੇ ਭਾਈ ਅਜਿੱਤਾ ਕੀ ਕਰ ਰਹੇ ਨੇ, ਕੋਲ ਬੈਠਿਆਂ ਜਿਹੜੇ ਸਰੋਵਰ ਦੇ ਅੰਦਰ ਜਾਂ ਪਾਣੀ ਅੰਦਰ ਜਿਹੜੇ ਸੱਪ ਆਦ ਮਰੇ ਹੋਏ ਨੇ ਨਾ ਵਿੱਚੋਂ, ਭਾਈ ਅਜਿੱਤਾ ਉਹਨਾਂ ਨੂੰ ਫੜ ਫੜ ਕੇ ਉਠਾਲ ਰਹੇ ਨੇ, ਜਿਵਾਲ ਰਹੇ ਹਨ। ਸਵਈਆ ਗਹਿ ਹਾਥ ਜਿਵਾਏ ਉਡਾਵਤ ਜਾਤ। ਉਹਨਾਂ ਨੂੰ ਹੱਥਾਂ ਦੇ ਨਾਲ ਪਕੜ ਪਕੜ ਕੇ ਉਠਾਲ ਕਰਕੇ ਜਿਵਾਲ ਰਹੇ ਹਨ। ਵਿਖੈ ਬਹੁਤੇ ਨਰ ਤਾਹੇ ਤਮਾਸ਼ਾ। ਔਰ ਜਿਹੜੇ ਉੱਥੇ ਲੋਕ ਹੋਰ ਸਨ ਉਹ ਵੀ ਆਣ ਕੇ ਸਾਰੇ ਵੇਖਣ ਲੱਗੇ। ਇਤ ਸ਼੍ਰੀ ਗੁਰ ਜੋਟਿਕ ਕਾਰ ਕਰੀ। ਜੋ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਕਾਰ ਕਹੀ ਸੀ, ਸਿੱਧ ਆਏ ਸਕੈ ਨਹਿ ਤਾਹੇ ਕੇ ਪਾਸਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਹੁਕਮ ਦੇ ਨਾਲ, ਕਿਉਂਕਿ ਉਹ ਤਾਂ ਲੋਕਾਂ ਨੂੰ ਡਰਾ ਰਹੇ ਸਨ, ਜਿਹੜੀ ਕਾਰ ਮਹਾਰਾਜ ਜੀਆਂ ਨੇ ਕਹੀ ਸੀ ਭਾਈ ਅਜਿੱਤੇ ਨੇ ਕੱਢ ਦਿੱਤੀ। ਹੁਣ ਉਹ ਸਿੱਧ ਤਾਂ ਉਸ ਪਾਸੇ ਨੂੰ ਤਾਂ ਆ ਨਹੀਂ ਰਹੇ, ਲੋਕਾਂ ਕੋਲ ਤਾਂ ਆ ਨਹੀਂ ਰਹੇ, ਕਿਉਂਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਹੁਕਮ ਸੀ। ਬਲ ਬਾਹਰ ਹੀ ਦਿਖਰਾਵਤ ਹੈ। ਉਹ ਦੂਰ ਇੱਕ ਪਾਸੇ ਖਲੋਤੇ ਹੋਏ, ਜਿੰਨੇ ਵੀ ਸਿੱਧ ਜਾਂ ਜੋਗੀ ਨੇ ਉਹ ਦੂਰ ਖਲੋਤੇ ਹੋਏ ਹੀ ਆਪਣਾ ਬਲ ਵਿਖਾਲ ਰਹੇ ਹਨ। ਧਰ ਦਾਰੁਨ ਰੂਪ ਫਿਰੈ ਚਹੂ ਪਾਸਾ। ਔਰ ਬੜਾ ਹੀ ਭਯੰਕਰ ਰੂਪ ਧਾਰਨ ਕਰਕੇ ਆਲੇ ਦੁਆਲੇ ਪਏ ਗੇੜੇ ਕੱਢਦੇ ਹਨ। ਪਛੁਤਾਏ ਵੀ ਸੂਰਤ ਹੈ ਔਰ ਮੈਂ। ਔਰ ਬੜੇ ਹੀ ਹਿਰਦੇ ਦੇ ਅੰਦਰ ਬੜੇ ਨਿੰਮੋ ਝੂਣੇ ਜੇ ਹੁੰਦੇ ਨੇ, ਬੜੇ ਪਛਤਾ ਰਹੇ ਹਨ, ਬੜੀ ਧੌਣ ਜੀ, ਕੋਈ ਨੀਵੀਂ ਸੁੱਟ ਕੇ ਕੋਈ ਇੱਧਰ, ਵੀ ਸਾਡਾ ਤਾਂ ਇੰਨਾ ਬਲ ਅਸੀਂ ਲਾਇਆ, ਸਾਡਾ ਵਸ ਤਾਂ ਜ਼ੋਰ ਕੋਈ ਚੱਲਿਆ ਨਹੀਂ। ਜਬ ਨਾਹੇ ਚੱਲਿਓ ਬਲ ਕੋ ਬਸ ਮਾਸਾ। ਕੋਈ ਵੀ ਉਹਨਾਂ ਦਾ ਖਿਣ ਮਾਸਾ ਵੀ ਉਹਨਾਂ ਦਾ ਕੋਈ ਵੀ ਬਲ ਆਦ ਨਹੀਂ ਚੱਲਿਆ, ਤੇ ਬੜੇ ਹੀ ਨਿੰਮੋ ਝੂਣੇ ਤੇ ਬੇਸ਼ਰਮ ਜੇ ਹੋ ਕੇ ਲਗੇ ਫਿਰੇ। ਦੋਹਰਾ ਤਤ ਤਤ ਮੈਂ ਮਿਲ ਰਹੇ, ਸ਼੍ਰੀ ਨਾਨਕ ਤੇ ਥਾਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਲੱਭਣ ਲੱਗੇ, ਪਾਤਸ਼ਾਹ ਜੀ ਨੂੰ ਲੱਭਣ ਕਿੱਥੇ?
ਹੁਣ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਲੱਭਣ ਕਿਹੜੀ ਥਾਂ ਤੇ? ਕੋਈ ਸੱਜੇ ਵੇਖੇ ਖੱਬੇ, ਸਤਿਗੁਰੂ ਮਹਾਰਾਜ ਜੀ ਤਾਂ ਤਤ ਤਤ ਦੇ ਅੰਦਰ ਮਿਲਿਆ ਹੋਇਆ ਹੈ, ਪਾਣੀ ਪਾਣੀ ਦੇ ਅੰਦਰ ਹੈ, ਹਵਾ ਹਵਾ ਦੇ ਅੰਦਰ ਮਿਲੀ ਹੋਈ ਹੈ। ਪਾਤਸ਼ਾਹ ਜੀ ਨੂੰ ਢੂੰਡ ਰਹੇ ਹਨ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਇਸ ਪ੍ਰਕਾਰ ਲੱਭ ਰਹੇ ਹਨ। ਪਛ ਹਾਰੇ ਕਛ ਨੈ ਲਖੈ, ਸ਼ਕਤ ਰਹੇ ਸਭ ਲਾਏ। ਉਹਨਾਂ ਨੇ ਆਪਣੀ ਸ਼ਕਤ ਸਾਰੀ ਲਾਈ, ਆਪਣਾ ਨਿਜ ਬਲ ਸਾਰਾ ਲਾਇਆ, ਆਪਣੀ ਵਿਦਿਆ ਜੋ ਵੀ ਉਹਨਾਂ ਨੇ ਪੜ੍ਹੀ ਆਦ ਸਾਰੀ ਵਿਦਿਆ ਦਾ ਬਲ ਉਹਨਾਂ ਨੇ ਲਾਇਆ, ਪਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਢੂੰਡ ਨਹੀਂ ਸਕੇ। ਤੇ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬੋਲ ਸਨ ਉਹਨਾਂ ਪਰਥਾਏ, ਕਹਿੰਦੇ ਜਿਸ ਵਕਤ ਅਸੀਂ ਨਾ ਲੱਭੀਏ, ਜਿਸ ਵਕਤ ਅਸੀਂ ਤੁਹਾਨੂੰ ਨਾ ਮਿਲੀਏ, ਉਸ ਵਕਤ ਤੁਸੀਂ ਅਰਦਾਸ ਬੇਨਤੀ ਕਰਨੀ, ਅਸੀਂ ਤੁਹਾਡੇ ਸਾਹਮਣੇ ਹੋਵਾਂਗੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹੀ ਤਾਂ ਸਤਿਗੁਰੂ ਮਹਾਰਾਜ ਜੀਆਂ ਦਾ ਸਿੱਖ ਵਾਸਤੇ ਹੁਕਮ ਹੈ। ਉਹ ਗੁਰੂ ਕੇ ਸਿੱਖਾ ਜੇ ਜੀਵਨ ਦੇ ਅੰਦਰ ਕਦੇ ਵੀ ਕੋਈ ਭਰਮ ਭੁਲੇਖਾ ਪਵੇ ਕਿ ਗੁਰੂ ਮੇਰਾ ਕਿਤੇ ਦੂਰ ਹੈ, ਮਤ ਤੂੰ ਆਪਣੇ ਹਿਰਦੇ ਅੰਦਰ ਇੰਨੀ ਗੱਲ ਸੋਚੀ, ਮਹਾਰਾਜ ਜੀਆਂ ਦੇ ਚਰਨ ਕਮਲਾਂ ਪਾਸ ਕੜਾ ਪ੍ਰਸ਼ਾਦ ਦੀ ਤਿਹਾਵਲ ਦੇਗ ਤਿਆਰ ਕਰਕੇ ਅਰਦਾਸ ਬੇਨਤੀ ਕਰੀ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਪਾਤਸ਼ਾਹ ਸਦੀਵੀ ਤੇਰੇ ਅੰਗ ਸੰਗ ਹੈ, ਗੁਰੂ ਤੈਥੋਂ ਦੂਰ ਨਹੀਂ। ਸਤਿਗੁਰੂ ਮਹਾਰਾਜ ਜੀਆਂ ਨੇ ਨਾ ਸਿੱਧਾ ਨੂੰ ਵੀ ਇਹੋ ਕਿਹਾ, ਕਹਿੰਦੇ ਜਿਸ ਵਕਤ ਤੁਸੀਂ ਆਪਣਾ ਨਿਜ ਬਲ ਸਾਰਾ ਲਾ ਲਵੋ, ਨਾ ਲੱਭੀਏ, ਉਸ ਵਕਤ ਤੁਸੀਂ ਇਸ ਪ੍ਰਕਾਰ ਭਾਵੇਂ ਕਰ ਲੈਣਾ। ਚੌਪਈ ਤਿਨ ਕੀ ਦਿਸ਼ ਦੇਖਿਓ ਗੁਰ ਜਬ ਹੀ, ਜਦੋਂ ਮੇਰੇ ਪਾਤਸ਼ਾਹ ਜੀਆਂ ਨੇ ਉਹਨਾਂ ਵੱਲੇ ਤੱਕਿਆ ਹੈ, ਸਗਲੀ ਸ਼ਕਤ ਕਰਖ ਲਿਏ ਤਬ ਹੀ। ਮਹਾਰਾਜ ਜੀਆਂ ਨੇ ਨਾ ਸਾਰੀ ਸ਼ਕਤ ਕਰਖ ਲਿਏ ਤਬ ਹੀ। ਹੁਣ ਮਹਾਰਾਜ ਜੀਆਂ ਨੇ ਉਹਨਾਂ ਦੀ ਸਾਰੀ ਸ਼ਕਤੀ ਪਾਤਸ਼ਾਹ ਜੀ ਨੇ ਖਿੱਚ ਲਈ। ਆ ਗੁਰਮੁਖੋ ਅੱਖਾਂ ਦੇ ਵਿੱਚ ਜੋਤ ਰੱਖੀ ਹੈ ਨਾ ਮੇਰੇ ਪਾਤਸ਼ਾਹ ਜੀ ਨੇ, ਉਸ ਵਾਹਿਗੁਰੂ ਪਰਿਪੂਰਨ ਪਰਮਾਤਮਾ ਮਾਲਕ ਨੇ ਜੋਤ। ਕਈ ਵਾਰ ਕਿਸੇ ਦੀਆਂ ਅੱਖਾਂ ਹੁੰਦੀਆਂ ਹਨ ਪਰ ਫਿਰ ਵੀ ਕਿਸੇ ਆਸਰੇ ਨਾਲ ਤੁਰਦਾ ਹੈ, ਪੁੱਛੀਏ ਭਾਈ, ਉਹ ਕਹੇਗਾ ਜੀ ਅੱਖਾਂ ਤਾਂ ਹਨ, ਪਿੱਛੇ ਜਿਹੜੀ ਸ਼ਕਤੀ ਹੈ ਨਾ ਉਹ ਨਹੀਂ ਹੈ, ਪਿੱਛੇ ਜਿਹੜੀ ਜੋਤ ਜਿਹਨੇ ਕੰਮ ਕਰਨਾ ਹੈ ਉਹ ਨਹੀਂ ਹੈ। ਹੁਣ ਜਿਹੜੀ ਪਿੱਛੇ ਸ਼ਕਤ ਸੀ ਇਹਨਾਂ ਦੇ ਕੋਲ, ਮੇਰੇ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਹੁਣ ਇਹਨਾਂ ਸਿੱਧਾਂ ਦੀ ਉਹ ਸਾਰੀ ਸ਼ਕਤੀ ਖਿੱਚ ਲਈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਉਹਨਾਂ ਦੀ ਸ਼ਕਤੀ ਖਿੱਚਦੇ ਹਨ। ਜਿਉਂ ਕੋ ਨਿੰਬੂ ਲਹੇ ਨਿਚੋਰੀ, ਤੇ ਕਿਸ ਪ੍ਰਕਾਰ? ਜਿਵੇਂ ਕੋਈ ਹੱਥ ਵਿੱਚ ਲੈ ਕੇ ਨਿੰਬੂ ਤੇ ਉਹਨੂੰ ਚੰਗੀ ਤਰ੍ਹਾਂ ਨਿਚੋੜ ਦਵੇ, ਇਸ ਪ੍ਰਕਾਰ ਜਿਹੜੇ ਸਿੱਧ ਸਨ ਹੁਣ ਆਪਣੀਆਂ ਕਰਾਮਾਤਾਂ ਤੋਂ, ਆਪਣੀਆਂ ਸ਼ਕਤੀਆਂ ਤੋਂ ਇਸ ਪ੍ਰਕਾਰ ਖਾਲੀ ਹੋ ਗਏ। ਜੈਸੇ ਊਖ ਦੇ ਕਰ ਖੋਰੀ, ਤੇ ਜਿਵੇਂ ਕੋਈ ਗੰਨੇ ਦੇ ਵਿੱਚੋਂ ਚੰਗੀ ਤਰ੍ਹਾਂ ਉਹਦਾ ਰਸ ਨਿਚੋੜ ਲਵੇ, ਗੰਨੇ ਦੇ ਵਿੱਚੋਂ ਉਹਦੇ ਰਸ ਨੂੰ ਕੱਢ ਲਵੇ, ਇਸ ਪ੍ਰਕਾਰ ਜਿਹੜੇ ਉਹ ਸਿੱਧ ਸਨ ਉਹ ਖਾਲੀ ਹੋਏ ਆਪਣੀਆਂ ਸ਼ਕਤੀਆਂ ਤੋਂ। ਆਤੁਰ ਹਾਰ ਗਏ ਜਿਸ ਕਾਲਾ, ਜਿਸ ਵਕਤ ਤੋਂ ਪੂਰਨ ਤੌਰ ਤੇ ਸਾਧ ਸੰਗਤ ਜਿਉ ਹਾਰ ਗਏ, ਬੈਠੇ ਹੋਏ ਕੈ ਦੀਨ ਬਿਸਾਲਾ। ਹੁਣ ਸਾਰੇ ਬੈਠੇ ਹੋਏ ਹਨ ਦੀਨ ਹੋ ਕੇ, ਦੁਖੀਏ ਜੇ ਹੋ ਕੇ, ਬੜੇ ਨਿੰਮੋ ਚੂਣੇ ਜੇ ਹੋ ਕਰਕੇ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੇ ਕੋਈ ਵਸ ਵੀ ਨਹੀਂ ਚੱਲਿਆ। ਤੇ ਜਿਹੜੀਆਂ ਜਿਹੜੀਆਂ ਆਪਣੀਆਂ ਸ਼ਕਤੀਆਂ ਕੋਲ ਸਨ, ਜਿਨ੍ਹਾਂ ਦੇ ਨਾਲ ਆਪਣਾ ਤੋਰੀ ਫੁਲਕਾ ਪਿਆ ਸੰਸਾਰ ਵਿੱਚ ਚੱਲਦਾ ਸੀ, ਜਿਨ੍ਹਾਂ ਨਾਲ ਸੰਸਾਰ ਵਿੱਚ ਆਪੋ ਆਪਣਾ ਮਾਣ ਅਸਾਂ ਨੇ ਬਣਾਇਆ ਹੋਇਆ ਸੀ, ਉਹਦੇ ਨਾਲ ਉਹ ਵੀ ਸ਼ਕਤੀਆਂ ਅੱਜ ਕੋਲੋਂ ਚਲੀਆਂ ਗਈਆਂ। ਮੇਰੇ ਦੀਨ ਦਿਆਲ ਪਾਤਸ਼ਾਹ ਨਾ ਧੰਨ ਸ਼੍ਰੀ ਗੁਰੂ ਨਾਨਕ ਦੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਵੇਲੇ ਦੀ ਇੱਕ ਗੁਰਮੁਖੋ ਸਾਖੀ ਆਉਂਦੀ ਹੈ ਕਿ ਇਹਨਾਂ ਕਰਾਮਾਤਾਂ ਜਾਂ ਇਹਨਾਂ ਰਿੱਧੀਆਂ ਸਿੱਧੀਆਂ ਦੀ ਕੀਮਤ ਕਿੰਨੀ ਕੁ ਹੈ, ਕਿੰਨੀ ਕੁ ਕੀਮਤ ਹੈ। ਇੱਕ ਵਾਰੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਕੋਲ ਨਾ ਸਤਲੁਜ ਦਰਿਆ ਤੇ ਇਸੇ ਤਰ੍ਹਾਂ ਕੋਈ ਸਿੱਧ ਸੀ, ਉਹ ਲੱਗਾ ਕਹਿਣ, ਮਹਾਰਾਜ ਮੈਂ ਲਗਾਤਾਰ 15-16 ਕਈ ਸਾਲ ਮੈਂ ਤਪ ਕੀਤਾ ਹੈ, ਕਈ ਸਾਲਾਂ ਦੀ ਤਪੱਸਿਆ ਦੇ ਪਿੱਛੋਂ ਮੇਰੇ ਕੋਲ ਤਾਕਤ ਆਈ ਹੈ। ਮਹਾਰਾਜ ਕਹਿੰਦੇ, ਭਾਈ ਗੁਰਮੁਖਾ ਕਿਹੜੀ ਤੇਰੇ ਕੋਲ ਤਾਕਤ ਆਈ, ਕਿਹੜੀ ਤੇਰੇ ਕੋਲ ਸ਼ਕਤੀ ਆਈ? ਕਹਿੰਦੇ ਜੀ ਮੇਰੇ ਕੋਲ ਤਾਕਤ ਇਹ ਹੈ
ਕਿ ਮੈਂ ਇਸ ਦਰਿਆ ਨੂੰ ਤੁਰ ਕੇ ਪਾਰ ਕਰ ਲੈਣਾ ਹਾਂ। ਮੈਂ 20-25 ਸਾਲ ਇਸੇ ਹੀ ਅਭਿਆਸ ਤੇ ਲਾਏ ਹਨ ਕਿ ਮੈਂ ਇਸ ਦਰਿਆ ਨੂੰ ਤੁਰ ਕੇ ਪਾਰ ਕਰ ਲੈਣਾ ਹਾਂ। ਮਹਾਰਾਜ ਜੀਆਂ ਦੇ ਸਾਹਮਣੇ ਨਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਕੋਲੋਂ ਦਰਿਆ ਦੇ ਪਰਲੇ ਪਾਸੇ ਚਲਾ ਗਿਆ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਨਾ ਮਲਾਹ ਨੂੰ ਆਵਾਜ਼ ਦਿੱਤੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੇੜੀ ਵਿੱਚ ਬੈਠ ਕੇ ਪਾਰਲੇ ਪਾਸੇ ਚਲੇ ਗਏ। ਮਲਾਹ ਨੂੰ ਪੁੱਛਿਆ ਵੀ ਤੇਰੇ ਕਿੰਨੇ ਰੁਪਈਏ ਆਦ ਬਣੇ? ਜਿੰਨੇ ਵੀ ਉਹਦੇ ਟਕਾ 2 ਟਕੇ ਜਿੰਨੇ ਬਣੇ ਮਹਾਰਾਜ ਜੀਆਂ ਨੇ ਦੇ ਦਿੱਤੇ। ਤੇ ਕੋਲ ਬੁਲਾ ਕੇ ਨਾ ਉਸ ਸਿੱਧ ਜੋਗੀ ਨੂੰ ਕਹਿੰਦੇ ਤੂੰ 25 ਸਾਲ ਇਸੇ ਕੰਮ ਤੇ ਖਰਾਬ ਕੀਤੇ, ਟਕੇ 2 ਟਕੇ ਦੇ ਕੰਮ ਤੇ ਗੱਜ ਕੇ ਆਖੋ ਸਤਨਾਮ ਸ਼੍ਰੀ। ਕਹਿੰਦੇ ਕੀਮਤ ਕਿੰਨੀ ਕੁ ਆ ਤੇਰੇ ਕੰਮ ਦੀ? ਜਿਹੜਾ ਤੂੰ ਕੰਮ 25 ਸਾਲ ਤੂੰ ਸਿੱਖਦਾ ਰਿਹਾ, ਕੀਮਤ ਕਿੰਨੀ ਹੈ ਉਸ ਕੰਮ ਦੀ? ਟਕਾ 2 ਟਕਾ। ਤੂੰ ਕਿੰਨੇ ਵਰੇ ਇਹਦੇ ਕੰਮ ਦੇ ਉੱਪਰ ਤੂੰ ਖਰਾਬ ਆਦ ਕੀਤੇ ਹਨ, ਤੇ ਇਹ ਕੰਮ ਤਾਂ ਟਕੇ 2 ਟਕੇ ਵਿੱਚ ਵੀ ਹੋ ਸਕਦਾ ਸੀ। ਤੂੰ ਕਿਉਂ ਇੰਨਾ ਸਮਾਂ ਬਰਬਾਦ ਕੀਤਾ ਇਹਨਾਂ ਦੇ ਉੱਪਰ? ਤੇ ਗੁਰਮੁਖੋ ਹੈ ਹੀ ਉਹਨਾਂ ਦੀ ਉਹ ਜਿਹੜਾ ਸਮਾਂ ਸੀ ਉਹ ਬਰਬਾਦੀ ਆਦ। ਮਹਾਰਾਜ ਜੀ ਬਾਣੀ ਵਿੱਚ ਲਿਖਦੇ ਹਨ, ਸਤਿਗੁਰੂ ਮਹਾਰਾਜ ਜੀਆਂ ਨੇ ਨਾ ਇਹਨਾਂ ਦਾ ਜੋਗ ਸਿੱਧ ਆਸਨ 84 ਇਹ ਵੀ ਕਰ ਕਰ ਰਿਹਾ, ਵੱਡੀ ਆਰਜਾ ਫਿਰ ਜਨਮੈ ਹਰਿ ਸਿਉ ਸੰਗ ਨਾ ਗਿਆ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ, ਸੇਜ ਸੋਨੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਤੇ ਪਾਤਸ਼ਾਹ ਕੀ ਕਹਿੰਦੇ ਨੇ ਗੁਰਮੁਖੋ, ਕਿਸ ਪ੍ਰਕਾਰ ਭਵਸਾਗਰ ਤੋਂ ਤਰਨਾ ਹੈ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਸਿਰ ਕਰਮਨ ਕੈ ਕਰਮਾ ਕਹੀਏ ਸਾਰਿਆਂ ਕੰਮਾਂ ਵਿੱਚੋਂ ਸ੍ਰੇਸ਼ਟ ਹਰ ਕੀਰਤ, ਹਰੀ ਦੀ ਕੀਰਤੀ, ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਗਹਿਣਾ, ਤੇਰੂ ਸੇਵਕ ਇਹੋ ਰੰਗ ਮਾਤਾ। ਹੇ ਮੇਰੇ ਮਾਲਕ ਜੀ, ਇਹ ਉਸੇ ਨੂੰ ਪ੍ਰਾਪਤ ਹੋਈ ਜਿਨ੍ਹਾਂ ਦੇ ਸੀਸ ਤੇ ਤੁਸਾਂ ਨੇ ਰਹਿਮਤਾਂ ਭਰਿਆ ਆਪਣਾ ਹੱਥ ਰੱਖਿਆ। ਇਹ ਜਿੰਨੇ ਵੀ ਸਿੱਧ ਜੋਗੀ ਆਦ ਸਨ ਸਾਰੇ ਬੜੇ ਹੀ ਨਿੰਮੋ ਝੂਣੇ ਹੋਏ। ਲੱਜਿਤ ਪਏ ਨਾ ਬੋਲਿਓ ਜਾਈ, ਇਹਨਾਂ ਤੋਂ ਹੁਣ ਬੋਲਿਆ ਵੀ ਕੁਛ ਨਹੀਂ ਜਾ ਰਿਹਾ। ਸਾਰੇ ਇੱਕ ਦੂਸਰੇ ਦੇ ਕੋਲ ਬੈਠੇ ਹਨ, ਧੌਣ ਨੀਵੀਂ ਕਰਕੇ ਕੁਛ ਵੀ ਬੋਲ ਨਹੀਂ ਰਹੇ। ਬਾਂਦੇ ਜਿਉ ਸ਼ਤਰੂ ਕਿਸਰਾਈ। ਹਾਂ, ਜਿਵੇਂ ਕਵੀ ਜੀ ਲਿਖਦੇ ਹਨ ਭਾਈ, ਜਿਵੇਂ ਕਿਸੇ ਰਾਜੇ ਨੇ ਨਾ ਦੁਸ਼ਮਣ ਦੇ ਫੌਜ ਦੇ ਹੱਥ ਪਿੱਛੇ ਬੰਨ ਕੇ ਬਿਠਾਏ ਹੋਣ, ਇਸ ਪ੍ਰਕਾਰ ਇਹ ਸਾਰੇ ਬੈਠੇ ਹਨ। ਦੋਹਰਾ ਰੰਚ ਗਰਭ ਔਰ ਨਹਿ ਰਹਿਓ, ਨ੍ਰਿਪ ਜਿਉ ਛੀਨੇ ਦੇਸ਼। ਔਰ ਹਿਰਦੇ ਦੇ ਅੰਦਰ ਭੂਰਾ ਮਾਤਰ ਵੀ ਅਹੰਕਾਰ ਨਹੀਂ ਰਿਹਾ। ਜਿਵੇਂ ਕਿਸੇ ਇੱਕ ਰਾਜੇ ਨੇ ਦੂਸਰੇ ਰਾਜੇ ਦੇ ਦੇਸ਼ ਨੂੰ ਜਿੱਤ ਲਿਆ ਹੋਵੇ, ਇਸ ਪ੍ਰਕਾਰ ਇਹ ਸਾਰੇ ਬੈਠੇ ਹੋਏ ਹਨ। ਲੱਜਿਤ ਹੋਏ ਨਰਨ ਮੈਂ ਸਿੱਧਨ ਸੋ ਸਿੱਧੇਸ਼। ਔਰ ਸਾਰਿਆਂ ਦੇ ਵਿੱਚ ਬੈਠੇ ਹੋਏ ਸਾਧ ਸੰਗਤ ਜਿਉ ਲੱਜਿਤ ਹੋ ਕਰਕੇ ਬੈਠੇ ਹਨ। ਇਸ ਪ੍ਰਕਾਰ ਇਹਨਾਂ ਦੀ ਇਹ ਹਾਲਤ ਬਣੀ। ਚੌਪਈ ਮੰਗਲ ਪ੍ਰਾਨਨਾਥ ਤੇ ਆਦ। ਹੁਣ ਜਿਹੜੇ ਕੋਲ ਸਨ, ਜਿਨ੍ਹਾਂ ਨੇ ਕਿਹਾ ਸੀ ਨਾ ਜਾਇਓ ਪਾਤਸ਼ਾਹ ਵੱਲ, ਜਾਣਾ ਹੈ ਮਹਾਰਾਜ ਜੀਆਂ ਦੇ ਚਰਨੀ ਪਾਓ, ਤੇ ਵੱਡੀ ਗੱਲ ਹੈ ਜੋ ਚਾਹੋਗੇ ਮਿਲ ਵੀ ਜਾਏਗਾ। ਇਸ ਘਰ ਵੱਲ ਜਿਸ ਪਾਤਸ਼ਾਹ ਜੀ ਦੇ ਨਾਲ ਤੁਸੀਂ ਜਾ ਕੇ ਅੜਨ ਲੱਗੇ ਹੋ, ਜਿਸ ਪਾਤਸ਼ਾਹ ਜੀ ਦੇ ਨਾਲ ਤੁਸੀਂ ਜਾ ਕੇ ਬਹਿਸ ਕਰਨ ਲੱਗੇ ਹੋ, ਉਸ ਪਾਤਸ਼ਾਹ ਜੀ ਦੇ ਕੋਲ ਤੁਸੀਂ ਜਾਓ, ਬੇਨਤੀ ਰੂਪ ਕਰਕੇ ਜਾਓ ਪਾਤਸ਼ਾਹ ਮਹਾਰਾਜ ਜੀ ਦੇ ਕੋਲ। ਸਤਿਗੁਰੂ ਤੁਹਾਡੀਆਂ ਬੇਨਤੀਆਂ ਨੂੰ ਭਾਗ ਲਾਉਣਗੇ। ਇਹ ਸ਼ਬਦ ਮੰਗਲਨਾਥ ਜੀ ਨੇ ਕਹੇ, ਮਹਾਰਾਜ ਜੀਆਂ ਦੇ ਪਰਥਾਏ। ਹੁਣ ਕੋਲ ਮੰਗਲਨਾਥ, ਦੂਸਰੇ ਪ੍ਰਾਣਨਾਥ, ਉਹ ਸਾਰੇ ਬੈਠੇ ਹੋਏ ਪ੍ਰਸੰਨ ਹੋ ਰਹੇ ਨੇ ਵੇਖ ਕੇ ਇਹਨਾਂ ਵੱਲ। ਇਹਨਾਂ ਦੀਆਂ ਸ਼ਕਤੀਆਂ ਵੀ ਚਲੀਆਂ ਗਈਆਂ ਇਹਨਾਂ ਵੱਲੇ ਵੇਖ ਕਰਕੇ, ਔਰ ਹਿਰਦੇ ਦੇ ਅੰਦਰ ਔਲਾਦ ਕਹੀਏ ਪ੍ਰਸੰਨ ਵੀ ਹਨ। ਸਭ ਕੇ ਹਿਰਦੇ ਭਇਓ ਅਹਲਾਦ। ਸਾਰਿਆਂ ਦੇ ਹਿਰਦੇ ਭਰੇ ਹੋਏ ਖੁਸ਼ੀ ਨਾਲ। ਕਹਿਓ ਹਮਾਰਿਓ ਮਾਨਿਓ ਨਾਹੀ। ਔਰ ਲੱਗੇ ਕਹਿਣ, ਕਹਿੰਦੇ ਬਸ ਅਸੀਂ ਕਿਹਾ ਸੀ, ਤੁਸੀਂ ਸਾਡੀ ਕਹੀ ਹੋਈ ਗੱਲ ਤੁਸਾਂ ਨੇ ਮੰਨੀ ਨਹੀਂ। ਅਤ ਲੱਜਿਤ ਹੋਏ ਮਨ ਮਾਹੀ। ਬੜੇ ਲੱਜਤ ਹੋਏ ਹਨ ਗੁਰਮੁਖੋ ਆਪਣੇ ਮਨ ਦੇ ਅੰਦਰ।
ਅਤਿਅੰਤ ਲੱਜਤ ਹੋਏ ਮਨ ਦੇ ਅੰਦਰ ਵੀ ਅਸੀਂ ਚਲੋ ਹੋਰਾਂ ਦਾ ਨਹੀਂ, ਆਪਣੇ ਸਾਥੀ ਮੰਗਲਨਾਥ ਦਾ, ਆਪਣੇ ਸਾਥੀ ਪ੍ਰਾਨਨਾਥ ਦਾ ਕਹਿਆ ਹੋਇਆ ਹੀ ਮੰਨ ਲੈਂਦੇ। ਦੋਹਰਾ ਰੇ ਮਨ ਤਜ ਆਲਸ ਸਰਬ ਗੋਹ ਉਦਮ ਹਰੀ ਨਾਮ। ਔਰ ਇਸ ਤੋਂ ਅਗਲਾ ਅਧਿਆਇ ਪ੍ਰਾਰੰਭ ਹੋਇਆ, ਮੰਗਲ ਕੀਤਾ ਭਾਈ ਸਾਹਿਬ ਜੀ ਨੇ। ਹੇ ਮੇਰੇ ਮਨ ਤੂੰ ਉੱਠ ਉਦਮ ਕਰ। ਉਦਮ ਕਾਹਦੇ? ਹਰੀ ਦੇ ਨਾਮ ਦਾ ਉਦਮ ਕਰ। ਬਾਕੀ ਤਾਂ ਉਦਮ ਜੀਵਨ ਦੇ ਅੰਦਰ ਸਰੀਰ ਕਰਦਾ ਹੈ। ਨੌਕਰੀ ਪੇਸ਼ੇ ਜਾਣ ਦਾ ਸਮਾਂ ਹੋਵੇ ਬੰਦਾ ਤਿਆਰ ਹੁੰਦਾ ਹੈ, ਬਾਹਰ ਫਸਲ ਦਾ ਸਾਂਭਣ ਦਾ ਸਮਾਂ ਹੋਵੇ ਬੰਦਾ ਉਦਮ ਕਰਦਾ ਹੈ। ਮਹਾਰਾਜ ਕਹਿਣ ਲੱਗੇ ਭਾਈ ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ। ਪਾਤਸ਼ਾਹ ਜੀ ਦਾ ਇੱਕ ਨਾ ਪਾਵਨ ਪਵਿੱਤਰ ਗੁਰਮੁਖੋ ਸ਼ਲੋਕ ਹੈ ਪਾਵਨ ਬਾਣੀ ਵਿੱਚ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ। ਇੱਕ ਆਹਰ ਐੜੇ ਨੂੰ ਕੰਨਾ ਹਾਹਾ ਰਾਰਾ ਆਹਰ, ਇੱਕ ਐੜੇ ਨੂੰ ਕੰਨਾ ਹਾਹਾ ਰਾਰੇ ਨੂੰ ਸਿਆਰੀ ਆਹਰ। ਉਚਾਰਨ ਦੋਵਾਂ ਦਾ ਸੇਮ ਹੈ। ਮਹਾਰਾਜ ਕਹਿੰਦੇ ਸਾਰੇ ਇਹ ਕੰਮ ਬੰਦਾ ਕਰ ਲੈਂਦਾ ਹੈ, ਸਾਰੇ ਕੰਮ ਕਰ ਲੈਂਦਾ ਹੈ, ਪਰ ਆਹਰ ਇੱਕ ਨਾ ਹੋਏ। ਸਾਹਿਬ ਦੇ ਸਿਮਰਨ ਵਾਲਾ ਆਹਰ ਬੰਦੇ ਤੋਂ ਨਹੀਂ ਹੁੰਦਾ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਕੀ ਤਾਂ ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ। ਏਕੋ ਨਾਮ ਧਿਆਵੋ ਆਪਣੀ ਪਤ, ਸੇਤੀ ਕਰ ਜਾਵੋ। ਹੇ ਬੰਦਿਆ ਇਹ ਵੀ ਤੂੰ ਜਿਹੜੇ ਤੇਰੇ ਜੀਵਨ ਦਾ ਆਹਰ ਹੈ ਇਹ ਵੀ ਤੂੰ ਕਰ। ਰੇ ਮਨ ਤਜ ਆਲਸ ਸਰਬ। ਹੇ ਮੇਰਿਆ ਮਣਾ ਸਾਰੇ ਤੂੰ ਆਲਸ ਛੱਡ ਕੇ ਉੱਠ, ਨਾਮ ਦਾ ਤੂੰ ਆਹਰ ਕਰ। ਪਰਿਪੂਰਨ ਪਰਮਾਤਮਾ ਹਰੀ ਦੇ ਨਾਮ ਨੂੰ ਤੂੰ ਸਿਮਰ, ਕਿਉਂਕਿ ਜਿੰਨੇ ਵੀ ਤੇਰੇ ਬਾਕੀ ਕੰਮਕਾਰ ਹਨ ਇਹ ਸਾਰੇ ਸੰਸਾਰ ਦੇ ਉੱਪਰ ਇੱਥੋਂ ਤੱਕ ਹੀ ਕੰਮ ਆਉਣਗੇ। ਇਸ ਤੋਂ ਅੱਗੇ ਹਰੀ ਨਿਰੰਕਾਰ ਦੇ ਘਰ ਕੇਵਲ ਪਰਿਪੂਰਨ ਪਰਮਾਤਮਾ ਦਾ ਨਾਮ ਹੀ ਕੰਮ ਆਵੇਗਾ। ਲੋਕ ਪਰਲੋਕ ਸੋਹਾਏ ਹੋਵੇ ਪੂਰੇ ਸਗਰੇ ਕਾਮ। ਔਰ ਇਹੋ ਪਰਿਪੂਰਨ ਪਰਮਾਤਮਾ ਦਾ ਨਾਮ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਇਸੇ ਪਰਿਪੂਰਨ ਪਰਮਾਤਮਾ ਦੇ ਨਾਮ ਨੇ ਤੇਰੇ ਕੰਮ ਆਉਣਾ ਹੈ। ਕਿਉਂਕਿ ਬਾਕੀ ਜਿਤਨੇ ਵੀ ਰਿਸ਼ਤੇ ਨਾਤੇ ਹਨ ਆਪਾਂ ਪਿੱਛੇ ਦਰਸ਼ਨ ਕੀਤੇ ਹਨ ਇਤਿਹਾਸ ਦੇ ਵਿੱਚੋਂ। ਮਹਾਰਾਜ ਕਹਿਣ ਲੱਗੇ ਭਾਈ ਕੋਈ ਤੇਰੇ ਨਾਲ ਮੜੀਆਂ ਤੱਕ ਜਾਏਗਾ, ਸ਼ਮਸ਼ਾਨ ਭੂਮੀ ਤੱਕ ਜਾਣਗੇ ਰਿਸ਼ਤੇ ਨਾਤੇ। ਇਸ ਤੋਂ ਅੱਗੇ ਤੇਰੇ ਨਾਲ ਹਰੀ ਦੇ ਨਾਮ ਨੇ ਤੁਰਨਾ ਹੈ। ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਬਚਨ ਹੈ, ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹਿ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੇ ਜਾਲੇ। ਇਹ ਹਰੀ ਪਰਿਪੂਰਨ ਪਰਮਾਤਮਾ ਜੀ ਦਾ ਨਾਮ ਹੀ ਹੈ ਜਿਹੜਾ ਤੇਰੇ ਸਦੀਵੀਂ ਤੇਰੇ ਨਾਲ ਤੁਰੇਗਾ। ਇਸੇ ਨੇ ਤੇਰੇ ਨਾਲ ਤੁਰਨਾ ਹੈ, ਕਿਉਂਕਿ ਇਹ ਸਰੀਰ ਤਾਂ ਇੱਥੇ ਹੈ, ਧਨ ਸੰਪਦਾ ਆਦਿ ਸਭ ਕੁਝ ਇੱਥੇ ਹੈ। ਮਹਾਰਾਜ ਜੀ ਤਾਂ ਕਹਿੰਦੇ ਬਾਕੀਆਂ ਦੀ ਗੱਲ ਛੱਡੋ, ਜਿਹੜਾ ਤੇਰਾ ਸਭ ਤੋਂ ਆਪਣਾ ਹੈ। ਧਨ ਪੈਸਾ ਵੀ ਮਹਾਰਾਜ ਜੀ ਨੇ ਨਹੀਂ ਕਿਹਾ। ਮਹਾਰਾਜ ਕਹਿੰਦੇ ਇਹ ਸਰੀਰ ਇਹ ਵੀ ਤੇਰੇ ਨਾਲ ਨਹੀਂ। ਹਾਂ ਜਿਹੜਾ ਤੇਰੇ ਨਾਲ ਹੈ ਉਹ ਕੀ ਹੈ? ਪਰਿਪੂਰਨ ਪਰਮਾਤਮਾ ਸਾਹਿਬ ਦਾ ਨਾਮ ਹੀ ਤੇਰੇ ਨਾਲ ਹੈ। ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਹਰੀ ਦਾ ਨਾਮ ਹੀ ਤੇਰੇ ਨਾਲ ਉਥੇ ਤੋਸਾ ਕਹੀਏ ਖਜ਼ਾਨਾ ਜਾਵੇਗਾ। ਸ਼੍ਰੀ ਬਾਲਾ ਸੰਧੂਰ ਵਾਚ ਚੌਪਈ, ਸੁਨੀਏ ਸ਼੍ਰੀ ਤੇ ਹਣ ਕੁਲ ਦੀਪਾ। ਭਾਈ ਬਾਲਾ ਜੀ ਅੱਗੇ ਕਥਾ ਪ੍ਰਾਰੰਭ ਕਰਦੇ ਹਨ। ਹੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਅੱਗੇ ਕਿਰਪਾ ਕਰਕੇ ਆਪ ਕਥਾ ਸਰਵਣ ਕਰੋ। ਸਿੱਧ ਬੈਠੇ ਸਭ ਗੁਰੂ ਸਮੀਪਾ। ਔਰ ਜਿੱਥੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬੈਠੇ ਸਨ, ਸਾਰੇ ਸਿੱਧ ਆਣ ਕੇ ਪਾਤਸ਼ਾਹ ਜੀ ਦੇ ਕੋਲ ਬੈਠ ਗਏ। ਜਹਾਂ ਅਜੀਤਾ ਕਲਾ ਦਿਖਾਵਤ। ਔਰ ਜਿਹੜੇ ਪਾਸੇ ਭਾਈ ਅਜਿੱਤਾ ਕਲਾ ਵਿਖਾ ਰਹੇ ਹਨ, ਹੁਣ ਉਹ ਬੈਠੇ ਨੇ ਨਾ ਸਰੋਵਰ ਤੇ ਪਾਣੀ ਉੱਪਰ ਚੌਂਕੜਾ ਮਾਰ ਕੇ।
ਜਿੱਥੇ ਭਾਈ ਅਜਿੱਤਾ ਕਲਾ ਦਿਖਾ ਰਹੇ ਹਨ। ਮ੍ਰਿਤਕ ਬੇਹੰਗਨ ਕੋ ਜੀਵਾਵਤ, ਔਰ ਮਰਿਆ ਹੋਇਆਂ ਸੱਪਾਂ ਨੂੰ, ਮਰਿਆ ਹੋਇਆਂ ਪੰਛੀਆਂ ਨੂੰ ਜੋ ਉਡਾ ਰਹੇ ਹਨ, ਉਹਨਾਂ ਨੂੰ ਆਕਾਸ਼ ਵਿੱਚ ਉਡਾ ਰਹੇ ਹਨ। ਜਿਹੜੇ ਕੋਈ ਮਰੇ ਹੋਏ ਹਨ ਨਾ, ਉਹਨਾਂ ਨੂੰ ਆਕਾਸ਼ ਵਿੱਚ ਉਡਾ ਰਹੇ ਹਨ। ਕਿਉਂਕਿ ਸਰਵਣ ਕੀਤਾ ਪਹਿਲੇ ਦਿਨ, ਜਿਸ ਦਿਨ ਪਾਤਸ਼ਾਹ ਆਏ, ਬੜੀ ਤੇਜ਼ ਹਨੇਰੀ ਚੱਲਣ ਨਾਲ ਆਲ੍ਹਣੇ ਵਿੱਚੋਂ ਬੂਟ ਹੇਠਾਂ ਡਿੱਗ ਪਏ, ਪੰਛੀ ਹੇਠਾਂ ਡਿੱਗ ਪਏ, ਉਹਨਾਂ ਨੂੰ ਜੀਵਾਵਤ ਜਿਉਂਦੇ ਕਰ ਰਹੇ ਹਨ। ਬ੍ਰਿੰਦ ਲੋਕ ਤੈ ਪਿਖੈ ਤਮਾਸ਼ਾ, ਔਰ ਆਲੇ ਦੁਆਲੇ ਕਿਨਾਰਿਆਂ ਦੇ ਉੱਪਰ ਖਲੋ ਕਰਕੇ ਲੋਕ ਤਮਾਸ਼ਾ ਪਏ ਵੇਖਦੇ ਹਨ। ਤਾਂ ਕੀ ਦਿਸ਼ ਦੇਖਿਓ ਸੁਖ ਰਾਸਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਪਹਿਲਾਂ ਭਾਈ ਅਜਿੱਤੇ ਵੱਲੇ ਵੇਖਿਆ, ਫਿਰ ਜਿਹੜੇ ਬਾਹਰ ਲੋਕ ਤਮਾਸ਼ਾ ਪਏ ਵੇਖਦੇ ਸਨ, ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਵੱਲੇ ਵੇਖਦੇ ਹਨ। ਪੂਜਨ ਹਿਤ ਪ੍ਰਭ ਬਚਨ ਉਚਾਰੇ, ਪਾਤਸ਼ਾਹ ਜੀਆਂ ਨੇ ਪੁੱਛਣ ਵਾਸਤੇ ਬਚਨ ਉਚਾਰਨ ਕੀਤੇ। ਕੋ ਹੈ ਇਹ ਜੋ ਮ੍ਰਿਤਕ ਜੀਵਾਰੇ। ਮਹਾਰਾਜ ਲੱਗੇ ਕਹਿਣ, ਇਹ ਕੌਣ ਹੈ? ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸਹਿ ਸੁਭਾਗ ਪੁੱਛਦੇ ਨੇ, ਭਾਈ ਉਹ ਕੌਣ ਹੈ ਜਿਹੜਾ ਮਰਿਆ ਹੋਇਆਂ ਨੂੰ ਜਿਵਾਰਿਆ ਹੈ? ਨੌਕਾ ਸਮਸਰ ਚੀਰ ਡਸਾਇਓ, ਔਰ ਇਹਨੇ ਕੱਪੜਾ ਵੀ ਬੇੜੀ ਵਾਂਗੂ, ਇਹਨੇ ਉਥੇ ਜਿਵੇਂ ਬੇੜੀ ਖਲੋਤੀ ਹੋਵੇ ਪਾਣੀ ਵਿੱਚ, ਇਹਨੇ ਕੱਪੜਾ ਵੀ ਇਸ ਪ੍ਰਕਾਰ ਉਥੇ ਵਿਛਾਉਣਾ ਵਿਛਾਇਆ ਹੈ। ਤੇ ਪਰ ਬੈਠਣਾ ਨੀਰ ਛੁਬਾਇਓ, ਔਰ ਬੈਠੇ ਹੋਏ ਨੂੰ ਪਾਣੀ ਦੀ ਬੂੰਦ ਤੱਕ ਨਹੀਂ ਛੂਈ। ਬੈਠੇ ਹੋਏ ਦੇ ਪਿੰਡੇ ਉੱਪਰ, ਤਨ ਉੱਪਰ ਪਾਣੀ ਦੀ ਬੂੰਦ ਤੱਕ, ਕੱਪੜੇ ਗਿੱਲੇ ਤੱਕ ਨਹੀਂ ਹੋਏ। ਜਿਹੜਾ ਵਿਛਾਉਣਾ ਵਿਛਾਇਆ ਹੈ ਉਹ ਵੀ ਨੀਰ ਤੋਂ ਭਾਵ ਸੁੱਕਾ ਹੈ। ਕਰਾਮਾਤ ਕਰਕੇ ਦਿਖਰਾਵੇ, ਔਰ ਲੋਕਾਂ ਨੂੰ ਇਹ ਕਰਾਮਾਤ ਕਰਕੇ ਵਿਖਾਲ ਰਿਹਾ ਹੈ। ਲੋਕਨ ਮੈਂ ਨਿਜ ਮਾਨ ਵਧਾਵੇ, ਔਰ ਲੋਕਾਂ ਵਿੱਚ ਆਪਣਾ ਇਹ ਬੜਾ ਮਾਣ ਪਿਆ ਵਧਾਉਂਦਾ ਹੈ। ਸਿੱਧ ਕਯੋ ਇਹੋ ਚੇਲਾ ਤੇਰਾ। ਔਰ ਕੋਲ ਸਨ ਸਿੱਧਾ। ਹੁਣ ਸਿੱਧਾ ਨੇ ਮਹਾਰਾਜ ਜੀਆਂ ਨੂੰ ਨਾ ਬੜੇ ਗੁੱਸੇ ਨਾਲ ਇਹਨਾਂ ਨੇ ਸ਼ਬਦ ਕਹੇ। ਮਹਾਰਾਜ ਜੀਆਂ ਦੇ ਨਾਲ ਜਦੋਂ ਬੈਠੇ, ਮਹਾਰਾਜ ਕਹਿੰਦੇ ਉਹ ਕੌਣ ਹੈ, ਕਿਤੇ ਤੁਹਾਡੇ ਵਿੱਚੋਂ ਤਾਂ ਨਹੀਂ? ਤੇ ਮਹਾਰਾਜ ਜੀ ਨੂੰ ਲੱਗੇ ਕਹਿੰਦੇ ਚੇਲਾ ਤੇਰਾ। ਕਹਿੰਦੇ ਤਾਂ ਤੁਹਾਡਾ ਹੀ ਚੇਲਾ ਹੈ, ਸਾਡਾ ਬੰਦਾ ਨਹੀਂ ਹੈ। ਸਾਡੇ ਵਾਲੇ ਜਿੰਨੇ ਵੀ ਸਨ ਉਹਨਾਂ ਦੀ ਸ਼ਕਤੀ ਤੇ ਪਾਤਸ਼ਾਹ ਤੁਸੀਂ ਖਿੱਚ ਲਈ, ਹੁਣ ਇਸ ਤੋਂ ਸਾਡੇ ਵਾਲਾ ਨਹੀਂ, ਇਹ ਤਾਂ ਤੁਹਾਡਾ ਚੇਲਾ ਹੈ। ਅਬ ਕੇ ਸਮੇਂ ਨ ਕੋ ਅਨਹੇਰਾ, ਔਰ ਹੁਣ ਦੇ ਸਮੇਂ ਤਾਂ ਸਾਡੇ ਕੋਲ ਤਾਂ ਹੋਰ ਕੋਈ ਆਦਮੀ ਹੈ ਹੀ ਨਹੀਂ ਜਿਹੜਾ ਇਸ ਪ੍ਰਕਾਰ ਵਿਖਾਉਂਦਾ ਹੋਵੇ ਸ਼ਕਤੀਆਂ। ਕਰਾਮਾਤ ਇੱਕ ਸਦਨ ਤੁਮਾਰੇ, ਪਾਤਸ਼ਾਹ ਇਹ ਕਰਾਮਾਤਾਂ ਤਾਂ ਤੁਹਾਡੇ ਘਰ ਦੁਆਰੇ ਦੇ ਉੱਪਰ ਹਨ। ਜਿਉ ਚਾਹਤ ਤਿਉ ਦੇਹੋਂ ਦਿਖਾਰੇ। ਪਾਤਸ਼ਾਹ ਜਿਸ ਪ੍ਰਕਾਰ ਤੁਸੀਂ ਚਾਹੁੰਦੇ ਹੋ ਉਸੇ ਪ੍ਰਕਾਰ ਨਾਲ ਇਹ ਸਭ ਵਾਪਰਦਾ ਹੈ। ਦੋਹਰਾ ਪਠਿਓ ਮਨੁਜ ਬੁਲਵਾਇਓ, ਦੇਖਿਓ ਤਿਹ ਕੀ ਔਰ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਨਾ ਇੱਕ ਆਦਮੀ ਨੂੰ ਭੇਜਿਆ, ਜਾਓ ਤੁਸੀਂ ਭਾਈ ਅਜਿੱਤੇ ਨੂੰ ਬੁਲਾ ਕੇ ਲਿਆਓ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਭਾਈ ਅਜਿੱਤੇ ਨੂੰ ਬੁਲਾਇਆ ਹੈ। ਕਰਖ ਲਈ ਸਭ ਸ਼ਕਤ ਜੋ ਰਹਿ ਗਇਓ ਪਾਛੈ ਖੋਰ। ਔਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਉਹਦੇ ਵੱਲੇ ਤੱਕਿਆ, ਵੇਖ ਕਰਕੇ ਜਿਹੜੀਆਂ ਕੋਈ ਕਰਾਮਾਤਾਂ ਰਿੱਧ ਸਿੱਧ ਆਦ ਵਿਖਾਲ ਰਹੇ ਸਨ ਨਾ ਭਾਈ ਅਜਿੱਤਾ ਵੀ, ਤੇ ਮਹਾਰਾਜ ਜੀਆਂ ਨੇ ਉਹਦੇ ਵਿੱਚੋਂ ਵੀ ਸ਼ਕਤੀਆਂ ਖਿੱਚ ਲਈਆਂ। ਔਰ ਮਗਰ ਕਹਿੰਦੇ ਪਾਛੇ ਰਹੇ ਉਹ ਖੋਰ। ਔਰ ਜਿਵੇਂ ਕੋਈ ਖਾਲੀ ਫੋਕ ਮਗਰ ਰਹਿ ਜਾਏ, ਗੰਨੇ ਦੇ ਵਿੱਚੋਂ ਰਸ ਕੋਈ ਕੱਢ ਲਵੇ, ਮਗਰ ਕਹਿੰਦੇ ਇਸ ਪ੍ਰਕਾਰ ਹੀ ਕੇਵਲ ਬਾਕੀ ਰਹਿ ਗਿਆ। ਚੌਪਈ ਭਇਓ ਦੀਨ ਮਨ ਬੈਠਿਓ ਸੋਏ। ਬੜੇ ਦੀਨ ਮਨ ਹੋ ਕਰਕੇ, ਬੜੇ ਮੁਰਝਾਏ ਜੇ ਚਿਹਰੇ ਦੇ ਨਾਲ ਭਾਈ ਅਜਿੱਤਾ ਜੀ ਬੈਠ ਗਏ। ਮਨ ਮੁਰਝਾਨੋ ਸ਼ਕਤ ਹੀ ਖੋਏ। ਬੜਾ ਮਨ ਮੁਰਝਾਇਆ ਵੀ ਸਾਰੀ ਸ਼ਕਤੀ ਇਹਨਾਂ ਦੀ ਗਵਾਚ ਗਈ ਹੈ। ਜਿਉ ਬਨੀਏ ਕੀ ਪੂੰਜੀ ਜਾਏ। ਜਿਸ ਪ੍ਰਕਾਰ ਕਿਸੇ ਬਾਣੀਏ ਦੀ ਧਨ ਸੰਪਦਾ ਜਿਹੜੀ ਪੂੰਜੀ ਜੋੜੀ ਹੋਵੇ, ਜਦੋਂ ਉਹ ਪੂੰਜੀ ਚਲੀ ਜਾਵੇ, ਹੋਏ ਕਿਰਪਨ ਬਹੁ ਪੁਨ ਪਛੁਤਾਏ। ਔਰ ਜਿਸ ਪ੍ਰਕਾਰ ਕਿਸੇ ਕੰਜੂਸ ਦਾ ਧਨ ਆਦ ਡੁੱਬ ਜਾਏ, ਕੇਤਿਕ ਕਾਲ ਪੁਨ ਸ਼੍ਰੀ ਗੁਣ ਖਾਨੀ। ਕੁਝ ਇੱਕ ਸਮਾਂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਗੁਣਾਂ ਦੀ ਖਾਣ। ਬੈਠ ਰਹੇ ਕੋ ਕਹਿਤ ਨ ਬਾਨੀ। ਪਾਤਸ਼ਾਹ ਜੀ ਆਪਣੀ ਰਸਨਾ ਤੋਂ ਕੋਈ ਵੀ ਬਚਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਨਾ ਕੀਤਾ। ਪਾਤਸ਼ਾਹ ਇਸੇ ਪ੍ਰਕਾਰ ਬੈਠੇ ਹੋਏ ਹਨ। ਦਰਸ਼ਹਿ ਨਾਰ ਨਰ ਨਾਰੀ ਚਹੁ ਫੇਰੇ। ਔਰ ਦੂਰ ਦਰਾਡਿਓ ਆਣ ਕਰਕੇ ਸੰਗਤਾਂ
ਸਤਿਗੁਰੂ ਮਹਾਰਾਜ ਜੀਆਂ ਦੇ ਦੀਦਾਰ ਪਾ ਰਹੇ ਹਨ ਇਕ ਤਿਖਾਨ ਆਇਓ ਤਿਸ ਬੇਰੇ ਔਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਸਾਧ ਸੰਗਤ ਜੀਓ ਇੱਕ ਤਰਖਾਣ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਕੋਲ ਗੁਰੂ ਕਾ ਸਿੱਖ ਭਾਵਨਾ ਵਾਲਾ ਮਹਾਰਾਜ ਜੀਆਂ ਦੇ ਕੋਲ ਸਾਧ ਸੰਗਤ ਜੀਓ ਇਸ ਅਸਥਾਨ ਤੇ ਪਹੁੰਚਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਚਰਨ ਕਮਲਾਂ ਪਾਸ ਉਹਨੇ ਜਿਸ ਪ੍ਰਕਾਰ ਬੇਨਤੀ ਕੀਤੀ, ਇਹ ਪ੍ਰਸੰਗ ਅਗਲੇਰੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਾਧ ਸੰਗਤ ਜੀਓ ਉਸ ਵਕਤ ਜਿਤਨੇ ਵੀ ਇਹ ਸਿੱਧ ਜੋਗੀ ਨਾਥ ਆਦਿ ਸਨ, ਲੋਕਾਂ ਨੂੰ ਕਰਾਮਾਤਾਂ ਦੇ ਨਾਲ ਡਰਾਉਂਦੇ ਸਨ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਗੁਰਮੁਖੋ ਇਹਨਾਂ ਭੁੱਲੇ ਭਟਕਿਆਂ ਹੋਇਆਂ ਨੂੰ ਸਿੱਧੇ ਮਾਰਗ ਵਾਲੇ ਪਾਸੇ ਪ੍ਰੇਰਿਤ ਕੀਤਾ। ਸੰਸਾਰ ਦੇ ਅੰਦਰ ਇਹਨਾਂ ਨੂੰ ਸਿੱਧੇ ਮਾਰਗ ਵਾਲੇ ਪਾਸੇ ਤੋਰਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਆਣ ਕਰਕੇ ਸਾਧ ਸੰਗਤ ਜੀਓ ਚਰਨੀ ਪਏ। ਅਗਲੇ ਪ੍ਰਸੰਗਾਂ ਦੇ ਅੰਦਰ ਆਪਾਂ ਹੋਰ ਇਹ ਕਥਾ ਵਿਚਾਰਾ ਸਰਵਣ ਕਰਾਂਗੇ। ਕਥਾ ਵਾਰਤਾ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹਨ। ਸਤਿਗੁਰੂ ਜੀ ਤਥਾ ਸਤਿਗੁਰੂ ਜੀ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ 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 हे अच्युत हे पार ब्रह्मा अगनास हे पूरण हे सर्व मैं पंजन गुणता हे संगी हे निरंकार निर्गुण सब टेक हे गोविंद हे गुण निधान कै सदा बबेक हे अपरंपर हर हरे पी होवन हार हे संत का सदा संग धारा आधार हे ठाकुर हों दासरू निर्गुण गुण नहीं कोए नानक दीजै नाम दान राखो ही परोए आए प्रभ शरणागति कृपा निध दयाल एक अखर हर मन बस्त नानक होत निहाल वाहिगुरु नाम जहाज है चढ़े सो तरे पार जो शरदा कर सेवंदे पार उतारन हार जो शरधा कर सेवंदे पार उतारन हार वाहिगुरु जी का खालसा वाहिगुरु जी की फतेह। राम कली महला तीजा आनंद। एक ओंकार सतगुर प्रसाद आनंद पाया मेरी माए सतगुरु मैं पाया सतगुर ता पाया सहज सेती मन वजिया वाधाइया राग रतन परवार परिया शब्द गावणे आईया शब्दो ता गावो हरि केरा मन जिनी वसाया कह नानक आनंद हुआ सतगुरु मैं पाया ए मन मेरे तू सदा रहो हर नाले हर नाल रहो तू मन मेरे दुख सब विसारना अंगीकारो करे तेरा कारज सब सवारना सबना गल्ला समरथ सुआमी सो क्यों मनो विसारे कह नानक मन मेरे सदा रहो हर नाले साचे साहिबा क्या नहीं कर तेरा करता तेरा सब किछ
ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਾਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ। ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੀ। ਕਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ। ਅਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੋ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਤੇ ਪਵਿੱਤਾ। ਸਤਿਗੁਰ ਰਹਾ ਭਰਪੂਰ। ਬੇਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂ। ਸੁਣ ਤੇ ਪੁਨੀਤ ਕਹਤੇ ਪਵਿੱਤਾ। ਸਤਿਗੁਰ ਰਹਾ ਭਰਪੂਰ। ਬੇਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰ ਤੁਮ ਪਹਿ ਅਰਦਾਸ ਜਿਉ ਪਿੰਡ ਸਭ ਤੇਰੇ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੁਮਰੇ ਕਿਰਪਾ ਮਹਿ ਕੋਇ ਨ ਜਾਣੈ। ਤੁਮਰਾ ਅੰਤ ਉਚਤ ਊਚਾ। ਸਗਲ ਸਮਗਰੀ ਤੁਮਰੈ ਸੂਤਰ ਤਾਰੀ। ਤੁਮ ਤੇ ਹੋਏ ਸੋ ਤੁਮਰੇ ਗਤ ਮਿਤ ਤੁਮਹਿ ਜਾਨੀ। ਨਾਨਕ ਦਾਸ ਬਲਜ ਵਾਹਿਗੁਰੂ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਨ ਤੇ ਆਈ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰਾਉ। ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ। ਜਿਸ ਡਿਠ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿ ਆਵੈ ਧਾਈ। ਸਭ ਥਾਈ ਹੋਏ ਸਹਾਇ। 10ਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਖ ਚਲਾਈ ਤੇ ਗਵਾਹੀ ਦੇਖ ਕੇ ਅਨਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਈ ਖੋਪਰੀਆਂ ਲੋਹਾਈਆਂ। ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ। ਸਿੱਖ ਕੇਸਾਂ ਸੁਆਸਾਂ ਸੰਗ ਨਿਭਾਈ। ਤਿਨਾਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲੋ ਜੀ।
प्रथम सरबत खालसा जी की अरदास है जी। सरबत खालसा जी को वाहिगुरु वाहिगुरु वाहिगुरु। चित आवे चित आवन का सदका सर्व सुख होवे। जहाँ जहाँ खालसा जी साहिब तहाँ तहाँ रक्षे यारे आयत। देग तेग फतेह बिरद की पैज पंथ की जीत। श्री साहिब जी सहाय गुरु खालसा जी के बोल बाले बोलो जी। सिखां नूं सिखी दान केस दान रहत दान विवेक दान विसाह दान भरोसा दान दाना सरदान नाम दान। श्री अमृतसर साहिब जी के दर्शन इशनान। चौंकियाँ झंडे बुंगे जुगो जुगा टल धर्म का जयकार बोलो जी। सिखां दा मन नीवा मत उची मत पत दा रखा आप वाहिगुरु। हे अकाल पुरख अपने पंथ दे सदा सहाई दातार जियो। श्री ननकाना साहिब ते होर गुरुद्वारियां गुरुधामां जिन्हां तो पंथ नूं भी छोड़िया गया है खुले दर्शन दीदार ते सेवा संभाल दा दान खालसा जी नूं बख्शो। हे निमाणियां दे मान नेताणियां दे तान न्योटियां दी ओट। सतगुरु सच्चे पातशाह जी अकाल पुरख दा तार पिता वाहिगुरु जी आप जी दे हजूर अरदास बेनती है जी। धन धन श्री गुरु तेग बहादुर पातशाह जी आप जी दे पावन पवित्र स्थान गुरुद्वारा श्री दुख निवारण साहिब विखे। धन धन श्री गुरु ग्रंथ साहिब पातशाह जी आप जी दी पावन पवित्र हजूरी अंदर महीनावारी पंचमी दे जोड़ मेल नूं मुख रखदिआं पातशाह जी खुले पंडालां विच अंम੍ਰਿਤ वेले तो विशेष दीवान सजाए गए। सजे दीवाना अंदर रागी ਸਿੰਘਾਂ ने पावन बाणी दे गायन किते। पातशाह जी ढाडी ਸਿੰਘਾਂ ने वारां गाईआं गुर इतिहास दी विचार होए। समुची सेवा ने निभाउंदिआं होईआं बेअंत भुल्लां दे खिमा करने। अगे तो गुरबाणी दे शुद्ध उचारण करन दा हर जस करन दा पातशाह जी सेवा निभाउण दा बल बोध सुमत प्रदान करने। पढ़े सुने बाणी दा भाव समूह आईआं संगतां दे हिरदिआं विख वसाउणा। पंचमी दे जोड़ मेल मनाउंदियां सरबत संगतां पातशाह जी आप जी दे पावन दरबार दीआं हाजरियां भर रहीआं हन। जथा शक्त भेटावां अर्पण कर रहीआं हन। सरबत दीआं हाजरियां भेटावां तन मन धन करके कीतियां सेवावां दर प्रवान करदिआं सरबत नूं दरों घरों सिखे सदक भरोसा नाम दान बख्शना शुभ भावनावां पूरियां करनियां। समूह संगतां दे सीस ते मेहर भरिया हथ रखना। यात्रा सफली करनी। परिवारां विच सुख शांति मेल इतफाक देह अरोगता तंदुरुस्ती चढ़दी कला बख्शिश करनी। खालसा पंथ अंदर सदैव काल पूर्ण इतफाक प्रेम बख्शदिआं खालसा पंथ दे सदा चढ़दी कला करनी। हर प्रकार सहायता करनी। सतगुरु जी आप जी दियां बख्शियां खजानियां विचों पवित्र कड़ाह प्रसादी देख सज के हाजिर है जी। आप जी दे दर प्रवान होवे। प्रवान होया प्रसाद संगत विच वरताउण दी आग्या बख्शो। छे पौड़ियां आनंद साहिब जी के पाठ की अरदास। अखर वाधा घाटा भुल चुक मुआफ करने। पावन मुखवाक बख्शिश करके संगतां नूं किरतार्थ करो। से प्यारे मेल जिन्हां मिलिया आप जी दा नाम चित आवे। नानक नाम चढ़दे कला तेरे भाणे सरबत दा भला। वाहिगुरु जी का खालसा वाहिगुरु जी की फतेह। दोहरा गया पया काल के सब सिखन को हुक्म है। गुरु ग्रंथ जी माने जो प्रभु को मिल वो चाहे। राज करेगा खालसा खुआर हुए सब मिलाएंगे। बोले सोनिहाल
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਤੂੰ ਠਾਕੁਰੋ ਬੈਰਾਗਰੋ ਮੈਂ ਜਿਹੀ ਕਣ ਚੇਰੀ ਰਾਮ। ਤੂੰ ਸਾਗਰੋ ਰਤਨ ਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵਰਦਾਣਾ ਕਰ ਮਿਹਰਮਤ ਸਾਈ। ਕਿਰਪਾ ਕੀਜੈ ਸਾਮਤ ਦੀਜੈ ਆਠ ਪਹਿਰ ਤੁਧ ਧਿਆਏ। ਗਰਭ ਨ ਕੀਜੈ ਰੇਨ ਹੋਵੀਜੈ ਤਾਂ ਗਤ ਜੀਅਰੇ ਤੇਰੇ। ਸਭ ਉਪਰ ਨਾਨਕ ਕਾ ਠਾਕੁਰ ਮੈਂ ਜਿਹੀ ਕਣ ਚੇਰੀ ਰਾਮ। ਸੁਖਹੁ ਟਲ ਗੁਰ ਸੇਵਿਆ ਅਹਨਿਸ ਸਹਿਜ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ। ਹੋਵੈ ਸਿਫਤ ਖਸਮ ਦੇ ਨੂਰ ਅਰਸੋਂ ਕੁਰਸੋਂ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦਾ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹੇ ਮਹੱਲਾ ਚੌਥਾ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ। ਤਿਨ ਕੇ ਸਭ ਰੋਗ ਗਵਾਏ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ। ਤਿਨ ਪਵਿੱਤ ਪਰਮ ਪਦ ਪਾਏ। ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ। ਤਿਨ ਕੇ ਸਭ ਰੋਗ ਗਵਾਏ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ। ਤਿਨ ਪਵਿੱਤ ਪਰਮ ਪਦ ਪਾਏ। ਮੇਰੇ RAM ਹਰ ਜਨ ਆਰੋਗ ਭਏ। ਗੁਰ ਬਚਨੇ ਜਿਨਾ ਜਪਿਆ ਮੇਰਾ ਹਰ ਹਰ। ਤਿਨ ਕੇ ਹਉਮੈ ਰੋਗ ਗਏ। ਰਹਾਉ ਬ੍ਰਹਮਾ ਬਿਸ਼ਨ ਮਹਾਦੇਵ ਤ੍ਰੈ ਗੁਣ ਰੋਗੇ। ਵਿੱਚ ਹਉਮੈ ਕਾਰ ਕਮਾਏ। ਜਿਨ ਕੀਏ ਤਿਸ ਹੈ ਨ ਚੇਤ ਹੈ ਬਪੁੜੇ। ਹਰ ਗੁਰਮੁਖ ਸੋਝੇ ਪਾਏ। ਹਉਮੈ ਰੋਗ ਸਭ ਜਗਤ ਵਿਆਪਿਆ। ਤਿਨ ਕਉ ਜਨਮ ਮਰਨ ਦੁਖ ਭਾਰੇ। ਗੁਰ ਪ੍ਰਸਾਦੇ ਕੋ ਵਿਰਲਾ ਛੂਟੈ। ਤਿਸ ਜਨ ਕੋ ਹਉ ਬਲਿਹਾਰੇ। ਜਿਨ ਸਿਸ਼ਟ ਸਾਜੇ ਸੋਈ ਹਰ ਜਾਣੈ। ਤਾਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਬਿਗਸੈ। ਗੁਰਮੁਖ ਬ੍ਰਹਮ ਵਿਚਾਰੋ। ਜਿਨ ਸਿਸ਼ਟ ਸਾਜੇ ਸੋਈ ਹਰ ਜਾਣੈ। ਤਾਕਾ ਰੂਪ ਅਪਾਰੋ। ਨਾਨਕ ਆਪੇ ਵੇਖ ਹਰ ਬਿਗਸੈ। ਗੁਰਮੁਖ ਬ੍ਰਹਮ ਵਿਚਾਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਆ। ਤੇਗ ਬਹਾਦਰ ਸਿਮਰਿਆ।
ਸਿਮਰਿਐ ਤੇਗ ਬਹਾਦਰ ਸਿਮਰਿਐ। ਕਰ ਨਾਉ ਨਿਧ ਆਵੈ ਤਾਏ ਕਰ ਨਾਉ ਨਿਧ ਆਵੈ ਤਾਏ।